Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਸੂਝਵਾਨ ਦਰਸ਼ਕੋ ਦੋਸਤੋ, ਅੱਜ ਅੰਬਰਾਂ ਦੇ ਸਰਨਾਵੇਂ ਅਧੀਨ ਜਿਹੜਾ ਅਸੀਂ ਆਪਣਾ ਐਪੀਸੋਡ ਸ਼ੁਰੂ ਕੀਤਾ। ਅੱਜ ਸਾਡੇ ਦਰਮਿਆਨ ਜਗਤ ਪ੍ਰਸਿੱਧ ਨਾਟਕਕਾਰ, ਲੇਖਕ, ਨਿਰਦੇਸ਼ਕ ਕੇਵਲ ਧਾਲੀਵਾਲ ਜੀ ਸਾਡੇ ਸਟੂਡੀਓ 'ਚ ਆਏ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਬਹੁਤ ਸ਼ੁਕਰੀਆ ਜੀ। ਸਰ ਜੀ, ਆਪਾਂ ਅੱਜ ਦਾ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਕੋਲ ਜਿਹੜੀ ਸ਼ਖਸੀਅਤ ਅੱਜ ਆਈ ਹੈ, ਉਹਨਾਂ ਦਾ ਥੀਏਟਰ ਦੇ ਵਿੱਚ, ਨਿਰਦੇਸ਼ਨਾਂ ਦੇ ਵਿੱਚ, ਕਲਾ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਆ, ਜੋ ਆਪਣੀ ਮਿਸਾਲ ਆਪ ਆ। ਆਪਾਂ ਉਹਨਾਂ ਦੇ ਮੂੰਹੋਂ ਵੀ ਅੱਜ ਗੱਲਾਂ ਸੁਣਾਂਗੇ। ਥੀਏਟਰ ਨੂੰ ਲੈ ਕੇ ਬਹੁਤ ਵੱਖਰੇ ਕੰਮ ਕੀਤੇ ਨੇ। ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਆ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਕੁਝ ਨੌਜਵਾਨ ਸੀਗੇ ਜਿਨ੍ਹਾਂ ਨੇ NSD ਪਾਸ ਕੀਤੀ, ਉਹਨਾਂ ਵਿੱਚੋਂ ਕੇਵਲ ਧਾਲੀਵਾਲ ਹੋਣੀ ਪਹਿਲਾਂ ਚਾਹੁੰਦੇ ਸੀਗੇ, ਤੇ ਅੱਜ ਆਪਾਂ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਕੇਵਲ ਜੀ, ਬਿਨਾਂ ਰਵਾਇਤੀ ਜੇ ਸਵਾਲਾਂ ਤੋਂ ਮੈਂ ਪਹਿਲਾ ਸਵਾਲ ਮੇਰਾ ਇਹ ਆ ਕਿ ਤੁਹਾਨੂੰ ਕਦੋਂ ਲੱਗਾ ਸੀਗਾ, ਕਿਹੜੀ ਉਮਰ 'ਚ ਲੱਗਾ ਸੀਗਾ? ਕਿਉਂਕਿ ਜਦੋਂ ਕੋਈ ਵੀ ਕਲਾਕਾਰ, ਲੇਖਕ ਬਣਦਾ ਜਾਂ ਪੈਦਾ ਹੁੰਦਾ ਜਾਂ ਸੋਚਦਾ, ਤੇ ਉਹਦੇ ਵਿੱਚ ਵਿਰੋਧਾਭਾਸ ਹੁੰਦਾ, ਉਹਦੇ ਸੁਭਾਅ 'ਚ ਵਿਰੋਧ ਹੁੰਦਾ ਵਾ। ਤੇ ਮੈਂ ਉਸ क्षण ਦੀ ਗੱਲ ਕਰਦਾ, ਉਸ ਪਲ ਦੀ ਗੱਲ ਕਰਦਾ। ਆਪਾਂ ਉਸ ਪਲ ਨੂੰ ਫੜੀਏ ਕਿ ਜਦੋਂ ਤੁਹਾਨੂੰ ਲੱਗਾ ਕਿ ਤੁਹਾਡੇ ਅੰਦਰ ਇੱਕ ਕਲਾਕਾਰ ਆ। ਬਚਪਨ ਦੇ ਵਿੱਚ ਉਹ ਕਿਹੜੀ ਉਮਰ ਸੀ, ਤੁਸੀਂ ਦੱਸੋ। ਤੇ ਤੁਸੀਂ ਇਸ ਰਾਹ ਵੱਲ ਆਏ, ਕਿਹਨੂੰ ਵੇਖ ਕੇ ਆਏ, ਕਿਸ ਸ਼ਖਸੀਅਤ ਦਾ ਪ੍ਰਭਾਵ ਪਿਆ? ਇਹ ਕਿੰਨੇ ਸਾਰੇ ਸਵਾਲ ਨੇ। ਹਾਂ, ਯਾਨੀ ਕਿ ਉਹ ਪਲ, ਉਹ ਛਿਣ ਜਿਹੜੇ ਆ ਨਾ, ਜਿਵੇਂ ਕਹਿੰਦੇ ਕਿ ਉਹ ਕਈ ਚੀਜ਼ਾਂ ਤੁਹਾਡੇ ਹੱਥਾਂ 'ਚੋਂ ਫਿਸਲ ਜਾਂਦੀਆਂ ਨੇ, ਹਨਾ, ਤੇ ਉਹ ਛਿਣ ਵੀ ਜਿਹੜੇ ਉਹ ਤੁਹਾਡੇ ਕਾਬੂ ਨਹੀਂ ਆਉਂਦੇ। ਤੇ ਉਹ ਬਚਪਨ ਦੇ ਵੀ ਉਹ ਛਿਣ ਸੀਗੇ ਕਿ ਜਦੋਂ ਹਾਲੇ ਮੈਂ ਸਕੂਲ ਟਾਈਮ ਦੇ ਵਿੱਚ ਹੀ ਸੀਗਾ, ਤੇ ਮੈਨੂੰ ਉਦੋਂ ਮੈਂ ਗਾ ਲੈਂਦਾ ਸੀਗਾ, ਯਾਨੀ ਕਿ ਸਕੂਲ ਦੀਆਂ ਸਟੇਜਾਂ ਤੇ ਜਿਵੇਂ ਬੱਚੇ ਗੀਤ ਗਾਉਂਦੇ ਆ, ਤੇ ਮੈਨੂੰ ਉਹ ਕਹਿੰਦੇ ਹੁੰਦੇ ਸੀ ਪ੍ਰੇਅਰ ਤੋਂ ਬਾਅਦ ਵੀ ਤੂੰ ਕੋਈ ਗੀਤ ਸੁਣਾ। ਤੇ ਮੈਂ ਬਹੁਤੇ ਗੀਤ ਗਾਉਣੇ ਜਿਹੜੇ ਧਾਰਮਿਕ ਗੀਤ ਹੁੰਦੇ ਸੀ, ਛੋਟੇ ਸਾਹਿਬਜ਼ਾਦੇ ਵਾਲੇ ਗੀਤ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ, ਏਦਾਂ ਦੇ ਗੀਤ ਯਾਨੀ ਕਿ ਜਿਹੜੇ ਸੀ ਉਹ ਸਟੇਜ ਤੇ ਸੁਣਾਉਣੇ। ਤੇ ਫਿਰ ਇੱਕ ਵਕਤ ਆਇਆ ਕਿ ਜਦੋਂ 5ਵੀਂ 'ਚ ਪੜ੍ਹਦੇ ਆ, ਇੱਕ ਗੀਤ ਅਸੀਂ ਗਾਇਆ, ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਵਾਉਂਦੇ ਆ, ਤੇਰੇ ਤੋਂ ਸਦਕੇ ਜਾਂਦੇ ਆ। ਇਹ ਗੀਤ ਬਾਅਦ ਵਿੱਚ ਮੈਨੂੰ ਵੱਡਿਆ ਹੋ ਕੇ ਪਤਾ ਲੱਗਾ ਵੀ ਇਹ ਤੇਰਾ ਸਿੰਘ ਚੰਦ ਦਾ ਗੀਤ ਸੀ। ਤੇਰਾ ਸਿੰਘ ਚੰਦ ਸਾਡੇ ਪੰਜਾਬੀ ਸਾਹਿਤ ਦੀ ਵੱਡੀ ਹਸਤੀ ਹੈ ਨਾ, ਇਪਟਾ ਲਹਿਰ ਦੀ ਬੜੀ ਵੱਡੀ ਹਸਤੀ ਰਹੇ, ਕੇਂਦਰੀ ਪੰਜਾਬੀ ਲੇਖਕ ਉਹਦੇ ਪ੍ਰਧਾਨ ਵੀ ਰਹੇ। ਤੇ ਉਹ ਉਹਨਾਂ ਦਾ ਲਿਖਿਆ ਹੋਇਆ ਗੀਤ ਜਿਹੜਾ 5ਵੀਂ 'ਚ ਪਹਿਲੀ ਵਾਰੀ ਮੈਂ ਐਕਸ਼ਨ ਦੇ ਨਾਲ ਗਾਇਆ, ਕਿ ਉਹ ਜਿਵੇਂ ਇੱਕ ਕੋਈ ਭਾਰਤ ਮਾਤਾ ਬਣਿਆ, ਬਾਕੀ ਬੱਚੇ ਸਾਈਡਾਂ ਤੇ ਖੜੇ, ਉਹਨੂੰ ਇਸ਼ਾਰਾ ਕਰ ਰਹੇ ਪਿਆਰੀ ਭਾਰਤ ਮਾਂ। ਤਾਂ ਉਹਦੇ ਵਿੱਚੋਂ ਇੱਕ ਲੱਗਾ ਵੀ ਅੱਛਾ ਮੈਂ ਗਾ ਲੈਣਾ, ਐਕਟਿੰਗ ਵੀ ਕਰ ਸਕਦਾ, ਹਨਾ।
ਫਿਰ ਮੈਨੂੰ ਖਾਲਸਾ ਸਕੂਲ ਜਾਣ ਦਾ ਮੌਕਾ ਮਿਲ ਗਿਆ, ਜਿੱਥੇ ਮੇਰੀ ਪ੍ਰਤਿਭਾ ਨੂੰ ਪਛਾਣਨ ਵਾਲੇ ਮੇਰੇ ਟੀਚਰ ਸੀ। ਸੋ ਇਹ ਮੈਂ ਇੱਕ ਗੱਲ ਬੜੀ ਸ਼ੁਰੂ ਚ ਮੈਂ ਤੁਹਾਡੇ ਨਾਲ ਵੀ ਦਰਸ਼ਕਾਂ ਨਾਲ ਵੀ ਸ਼ੇਅਰ ਕਰਾਂ ਕਿ ਮੇਰੀ ਜ਼ਿੰਦਗੀ ਚ ਮੇਰੇ ਅਧਿਆਪਕਾਂ ਦਾ ਬੜਾ ਹੀ ਖੂਬਸੂਰਤ ਰੋਲ ਰਿਹਾ, ਜਿਨ੍ਹਾਂ ਨੇ ਮੈਨੂੰ ਹਰ ਪਲ ਦੇ ਉੱਤੇ ਬਹੁਤ ਮਿਹਨਤ ਵੀ ਕਰਵਾਈ ਔਰ ਮੇਰੇ ਟੈਲੈਂਟ ਨੂੰ ਕਹਿ ਲੋ ਕਿ ਖੰਭ ਦਿੱਤੇ ਉਹਨਾਂ ਨੇ। ਸੋ ਉਹ ਮੇਰੇ ਸਕੂਲ ਦੇ ਵਿੱਚ ਅਧਿਆਪਕ ਸੀ ਸਰਦਾਰ ਕੁਲਦੀਪ ਸਿੰਘ, ਪ੍ਰਿੰਸੀਪਲ ਸੁਜਾਨ ਸਿੰਘ ਹੋਰਾਂ ਦੇ ਬੇਟੇ ਸੀ, ਜਿਹੜੇ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਉਹਨਾਂ ਦੇ ਬੇਟੇ। ਉਹ ਮੈਨੂੰ ਪੰਜਾਬੀ ਪੜ੍ਹਾਉਂਦੇ ਸੀ। ਜਦੋਂ ਕਲਾਸ ਚ ਉਹਨਾਂ ਕਿਤਾਬ ਮੈਨੂੰ ਕਹਿੰਦੇ, ਮੁੰਦਰ ਵੀ ਤੂੰ ਬੱਚਾ ਉੱਠ ਕੇ ਆਹ ਲੇਖ ਪੜ੍ਹ। ਉਹ ਮੈਂ ਪੜ੍ਹਿਆ ਤੇ ਮੈਨੂੰ ਕਹਿੰਦੇ ਇੱਧਰ ਆਓ, ਤੂੰ ਬੜਾ ਨਾਟਕ ਵਾਂਗੂ ਬੋਲਦਾ ਹੈ ਡਾਇਲੌਗ, ਚੱਲ ਉੱਥੇ ਇੱਕ ਮੈਡਮ ਨਾਟਕ ਸਿਖਾਉਂਦੇ ਨੇ ਸੁਪ੍ਰਭਾ ਮੈਡਮ, ਤੇ ਉਹਨਾਂ ਕੋਲ ਚਲੇ ਜਾ। ਉਹ ਮੈਨੂੰ ਉਹਦੇ ਕੋਲ ਛੱਡ ਆਏ ਮੈਡਮ ਕੋਲ। ਬਸ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਸੋ ਉਹਨਾਂ ਨੇ, ਸੁਪ੍ਰਭਾ ਮੈਡਮ ਨੇ, ਉੱਥੋਂ ਗੁਰਸ਼ਰਨ ਭਾਜੀ ਆ ਗਏ। ਗੁਰਸ਼ਰਨ ਭਾਜੀ ਨੇ ਮੈਨੂੰ ਸਟੇਜ ਤੇ ਕੰਮ ਕਰਦਿਆਂ ਦੇਖਿਆ, ਉਦੋਂ ਮੈਂ ਹਲੇ 8ਵੀਂ 9ਵੀਂ ਚ ਸੀ। ਉਹ ਕਹਿੰਦੇ ਤੂੰ ਮੇਰੇ ਗਰੁੱਪ ਦੇ ਵਿੱਚ ਆ ਜਾ ਵੀ। ਤੇ ਫਿਰ ਮੈਂ 1978 ਤੋਂ ਫਿਰ ਮੈਂ ਗੁਰਸ਼ਰਨ ਭਾਜੀ ਦੇ ਨਾਲ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਚ ਆ ਗਿਆ। ਯਾਨੀ ਇਹ ਜਿਹੜਾ ਸਫ਼ਰ ਆ, ਜਿੱਦਾਂ ਹਰ ਬੱਚੇ ਦਾ ਗਾਇਕੀ ਦਾ, ਨਾਟਕਾਂ ਦਾ, ਕਲਾਕਾਰੀ ਦਾ, ਬਾਲ ਸਭਾ ਦੇ ਜਿਹੜੇ ਪ੍ਰੋਗਰਾਮ ਦੇ, ਬਾਲ ਸਭਾ ਦੇ ਪ੍ਰੋਗਰਾਮ ਉਹਨਾਂ ਚ ਸ਼ੁਰੂ ਹੁੰਦਾ, ਉੱਥੇ ਤੁਹਾਡੀ ਕਿਤੇ ਜੜ ਜਿਹੜੀ ਬੀਜੀ ਗਈ ਸੀ। ਕੇਵਲ ਜੀ ਆਪਾਂ ਅੱਗੇ ਗੱਲ ਕਰਦੇ, ਤੁਸੀਂ ਥੀਏਟਰ ਕਰਦੇ ਆ, ਮਤਲਬ ਮੈਂ ਜਾਣਨਾ ਚਾਹੂੰਗਾ ਕਿ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ ਤੇ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਦੇ ਵਿੱਚ ਜਾਣ ਦਾ ਕਿੱਦਾਂ ਸਬਬ ਬਣਿਆ, ਜਾਂ ਕਿੱਦਾਂ ਸੋਚਿਆ ਤੁਸੀਂ ਇਹਦੇ ਬਾਰੇ? ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਬਿਲਕੁਲ। ਤੇ ਜਦੋਂ ਮੈਂ 1978 ਦੇ ਵਿੱਚ ਗੁਰਸ਼ਰਨ ਭਾਜੀ ਕੋਲ ਆ ਗਿਆ ਤੇ ਅਗਲੇ 10 ਸਾਲ ਮੈਂ ਕੰਟੀਨਿਊਸਲੀ ਗੁਰਸ਼ਰਨ ਭਾਜੀ ਨਾਲ ਕੰਮ ਕੀਤਾ। ਹਾਲਾਂਕਿ ਉਹ ਦੌਰ ਬੜਾ ਔਖਾ ਸੀਗਾ ਕਿ ਉਹਨਾਂ ਦਿਨਾਂ 'ਚ ਪੰਜਾਬ 'ਚ ਜਿਹਨੂੰ ਕਹਿੰਦੇ ਕਿ ਇੱਕ ਅੱਤਵਾਦ ਦਾ ਦੌਰ ਜਿਹਨੂੰ ਕਹਿੰਦੇ ਸੀ, ਪੰਜਾਬ ਬਹੁਤ ਡਿਸਟਰਬ ਸੀ। ਪਰ ਉਦੋਂ ਜੇਕਰ ਕੋਈ ਜਾਗਦਾ ਸੀ ਤੇ ਰੰਗਮੰਚ ਜਾਗਦਾ ਸੀ। ਅਸੀਂ ਹਰ ਰੋਜ਼ 2-3 ਪਿੰਡਾਂ 'ਚ ਨਾਟਕ ਕਰਨ ਜਾਂਦੇ ਸੀ, ਗੀਤ ਗਾਉਂਦੇ ਸੀ। ਜਾਗ ਜਾਗ ਹੋਏ ਲੋਕਾਂ, ਸਾਂਝਾਂ ਦੀ ਕੰਧ ਨੂੰ ਸੰਨ ਲੱਗੀ, ਜਾਗ ਜਾਗ ਹੋਏ ਲੋਕਾਂ, ਜਿਹਨੀ ਏਦਾਂ ਦੇ ਗੀਤ ਸੀ, ਹੈਨਾ। ਤੇ ਅਸੀਂ ਨਾਟਕ ਕਰਦੇ ਸੀ, ਕਰਫਿਊ, ਕੁਰਸੀ ਮੋਰਚਾ, ਇਹੋ ਜਿਹੇ ਨਾਟਕ ਜਿਹਦੇ ਵਿੱਚੋਂ ਹਿੰਦੂ ਸਿੱਖ ਏਕਤਾ ਜਿਹੜੀ ਭਾਈਚਾਰਕ ਸਾਂਝ ਸੀ ਉਹ ਨਜ਼ਰ ਆਉਂਦੀ ਸੀ। ਉਹ ਜਦੋਂ 10 ਸਾਲ ਗੁਰਸ਼ਰਨ ਭਾਜੀ ਨਾਲ ਕੰਮ ਕੀਤਾ, ਔਰ ਇਸ ਸਮਿਆਂ ਦੇ ਦੌਰਾਨ ਮੈਨੂੰ ਭਾਜੀ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਬੜੇ ਮੁਲਕਾਂ 'ਚ ਜਾਣ ਦਾ ਵੀ ਮੌਕਾ ਮਿਲਿਆ, ਪੂਰੇ ਹਿੰਦੁਸਤਾਨ 'ਚ ਜਾਣ ਦਾ ਮੌਕਾ ਮਿਲਿਆ। ਪਰ ਜਦੋਂ ਅਸੀਂ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਸੀ ਨਾ, ਤੇ ਕਈ ਲੋਕ ਕਹਿੰਦੇ ਸੀ ਉਹ ਹੈ ਜਿਹੜਾ ਪੰਜਾਬੀ ਥੀਏਟਰ ਹੈ ਦੂਜੀਆਂ ਸਟੇਟਾਂ ਦੇ ਹਾਣ ਦਾ ਨਹੀਂ। ਇਸ ਮਿਹਣੇ ਨੇ ਮੈਨੂੰ ਬਹੁਤ ਚੇਂਜ ਕੀਤਾ। ਮੈਨੂੰ ਲੱਗਾ ਕਿ ਇਹ ਲੋਕ ਮੈਨੂੰ ਮਿਹਣਾ ਮਾਰਦੇ ਪਏ ਵੀ ਤੁਹਾਡਾ ਰੰਗਮੰਚ ਤੇ ਕੁਝ ਵੀ ਨਹੀਂ ਹੈ। ਫਿਰ ਮੈਨੂੰ ਲੱਗਾ ਵੀ ਇਹ ਤੇ ਚੈਲੰਜ ਹੈ, ਸੋ ਇਹਨੂੰ ਕਬੂਲ ਕਰਨਾ ਚਾਹੀਦਾ। ਹਾਲਾਂਕਿ ਉਸ ਸਮੇਂ ਤੱਕ ਮੈਂ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ, ਮੈਂ ਟੀਚਿੰਗ ਦੇ ਵਿੱਚ ਆ ਗਿਆ ਸੀ, ਮੈਂ ਪੜ੍ਹਾਉਣ ਵੀ ਲੱਗ ਪਿਆ ਸਕੂਲ 'ਚ, ਮੇਰੀ ਚੰਗੀ ਸਰਵਿਸ ਸੀਗੀ। ਤੇ ਫਿਰ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਅਪਲਾਈ ਕੀਤਾ 1988 ਦੇ ਵਿੱਚ। ਮੈਨੂੰ ਹਾਲਾਂਕਿ ਬੜੇ ਔਖੇ, ਉਹ ਤੋਂ ਲਗਭਗ 10,000 ਸਟੂਡੈਂਟ ਸੀ, ਜਿਸ ਚੋਂ 20 ਜਣੇ ਸਿਲੈਕਟ ਹੋਣੇ ਸੀ, ਹੈਨਾ। ਤੇ ਉਹਦੇ 20 ਦੇ ਵਿੱਚ ਮੇਰਾ ਵੀ ਨਾਮ ਆ ਗਿਆ ਤੇ ਇੰਟਰਵਿਊ ਹੋਈ, ਫਿਰ ਉਹਨਾਂ ਨੇ ਕਿੰਨੇ ਦਿਨ ਰੱਖਿਆ, ਫਿਰ ਉਹ ਚੋਂ ਸਿਲੈਕਟ ਕੀਤੇ। ਇਸ ਤਰ੍ਹਾਂ ਕਰਕੇ 1988 ਵਿੱਚ ਉਹ ਜਿਹੜੀ ਸਿਲੈਕਸ਼ਨ ਹੋਈ, ਹਾਲਾਂਕਿ ਹੁਣ ਦੇ ਜਿਹੜੇ ਤੁਸੀਂ ਇੱਕ ਬੜੇ ਪ੍ਰਸਿੱਧ ਐਕਟਰ ਮਨੋਜ ਵਾਜਪਾਈ, ਇਹ ਵੀ ਮੇਰੇ ਨਾਲ ਇੰਟਰਵਿਊ ਦੇਣ ਵਾਲਿਆਂ ਚੋਂ ਸੀ। ਅੱਛਾ। ਹਾਂ, ਪਰ ਇਹਦੀ ਸਿਲੈਕਸ਼ਨ ਨਹੀਂ ਸੀ ਹੋਈ ਉਦੋਂ। ਤੇ ਸੋ ਉਹ ਜਿਹੜੇ ਫਿਰ 1988 ਫਿਰ ਮੈਂ ਨੌਕਰੀ ਛੱਡ ਕੇ 3 ਸਾਲ ਮੈਂ ਪੂਰਾ ਵਰਲਡ ਡਰਾਮਾ ਜਿਹੜਾ ਉਹ ਪੜ੍ਹਿਆ ਔਰ ਪੂਰੀ ਦੁਨੀਆ ਦੇ ਰੰਗਮੰਚ ਨਾਲ ਜੁੜਿਆ। ਉਹਨੇ ਮੇਰੀ ਪੂਰੀ ਜ਼ਿੰਦਗੀ ਚੇਂਜ ਕਰ ਦਿੱਤੀ ਕਿ ਮੈਨੂੰ ਪੂਰਾ ਇੱਕ ਜਿਹੜਾ ਕਹਿ ਲਓ ਕਿ ਇੰਟਰਨੈਸ਼ਨਲ ਸਿਨਾਰੀਓ ਰੰਗਮੰਚ ਦਾ, ਉਹਦੇ ਨਾਲ ਮੇਰੀ ਇੱਕ ਸਾਂਝ ਪਾਈ। ਤੇ ਫਿਰ ਮੈਂ ਤਹਈਆ ਕਰ ਲਿਆ ਕਿ ਮੈਂ ਕੋਈ ਨੌਕਰੀ ਨਹੀਂ ਕਰਨੀ, ਕਰਨਾ ਤੇ ਸਿਰਫ ਰੰਗਮੰਚ ਕਰਨਾ। ਤੇ ਹੁਣ ਮੈਂ ਪਿਛਲੇ 30 ਸਾਲ ਤੋਂ ਸਿਰਫ ਰੰਗਮੰਚ ਹੀ ਕਰਦਾ। ਹਾਂ ਕੇਵਲ ਜੀ, ਮਤਲਬ ਐਨਐਸਟੀ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਕੰਮ ਆ, ਮੈਂ ਮਤਲਬ ਖੁਦ ਗਵਾਹ ਜੀ, ਮਤਲਬ ਪੰਜਾਬ ਕੀ, ਬਾਹਰਲੀਆਂ ਸਟੇਟਾਂ ਕੀ, ਪੂਰਾ ਵਰਲਡ ਗਵਾਹ ਵਾ। ਮਤਲਬ ਮੈਂ ਤੁਹਾਡਾ ਆਪ ਐਡਾ ਵੱਡਾ ਪ੍ਰਸ਼ੰਸਕ ਆ ਵੀ ਤੁਸੀਂ ਕੀ ਕੀਤਾ, ਉਹ ਸਾਰੇ ਜਾਣਦੇ ਨੇ। ਆਪਾਂ ਕਰਦੇ ਆ ਉਹ ਕੰਮ, ਕਰਦੇ ਆ ਕਿੰਨਾ ਗੱਲਾਂ ਚੋਂ ਨਿਕਲਣਾ ਪਿਆ, ਆਪਾਂ ਉਹ ਗੱਲ ਕਰਦੇ ਆ। ਇੱਕ ਵਾਰੀ ਵਿਰਸਾ ਵਿਹਾਰ ਬੋਲਦੇ ਆ, ਤੁਸੀਂ ਕਿਸੇ ਫੰਕਸ਼ਨ ਤੇ ਗੱਲ ਕੀਤੀ ਸੀ, ਮੈਨੂੰ ਅਜੇ ਤੱਕ ਯਾਦ ਆ ਕਿ ਉਦੋਂ ਮੇਰਾ ਖਿਆਲ ਕਾਲੇ ਦੌਰ ਦੀ ਤੁਸੀਂ ਗੱਲ ਅੱਜ ਵੀ ਕੀਤੀ ਹੈ। ਤੇ ਤੁਸੀਂ ਉੱਥੇ ਇਹ ਵੀ ਕਿਹਾ ਸੀਗਾ ਕਿ ਅਸੀਂ ਸਿਰ ਤੇ ਕਫਨ ਬੰਨ੍ਹ ਕੇ ਨਿਕਲ ਜਾਂਦੇ ਸੀ ਤੇ ਸਾਡੇ ਜਿਹੜੇ ਮਾਤਾ ਪਿਤਾ ਉਹ ਰੋਕਦੇ ਵੀ ਸੀਗੇ
ਜਾਂ ਉਹ ਬੜੇ ਮਹਿਸੂਸ ਕਰਦੇ ਹਾਂ, ਸੀ ਬਿਲਕੁਲ। ਤੇ ਪਤਾ ਨਹੀਂ ਸੀ ਵੀ ਉਹ ਵਰਦੀ ਅੱਗ ਚੋਂ ਵਾਪਸ ਆਉਣਾ ਆਉਣਾ ਕਿ ਨਹੀਂ ਆਉਣਾ। ਬਿਲਕੁਲ। ਕੋਈ ਉਹ ਉਸ ਕਾਲੇ ਦੌਰ ਦੀ ਕੋਈ ਘਟਨਾ ਸਾਂਝੀ ਕਰਨਾ ਚਾਹੋਗੇ ਜਿਹੜੀ ਯਾਦ ਹੋਵੇ ਬਿਲਕੁਲ ਬਿਲਕੁਲ। ਉਹ ਦੌਰ ਇਹੋ ਜਿਹਾ ਸੀ ਨਾ ਕਿ ਸ਼ਾਮ ਨੂੰ ਲੋਕੀ ਵੀ ਜਲਦੀ ਜਲਦੀ ਘਰਾਂ ਨੂੰ ਚਲੇ ਜਾਂਦੇ ਸੀ 6 ਵਜੇ ਤੇ ਬਾਜ਼ਾਰ ਬੰਦ ਹੋ ਜਾਂਦੇ ਸੀ ਉਦੋਂ, ਤੁਹਾਨੂੰ ਪਤਾ ਹੈ। ਤੇ ਉਸ ਵੇਲੇ ਸਾਨੂੰ ਪਿੰਡਾਂ 'ਚ ਜਾਂਦਿਆਂ ਜਾਂ ਰਾਤ ਨੂੰ ਘਰ ਆਉਂਦਿਆਂ ਸਾਨੂੰ ਬੱਸਾਂ ਦੇ ਅੰਦਰ ਜਗ੍ਹਾ ਨਹੀਂ ਸੀ ਲੱਗਦੀ ਹੁੰਦੀ ਤੇ ਅਸੀਂ ਬੱਸਾਂ ਦੇ ਪਿੱਛੇ ਲਟਕ ਕੇ ਯਾਨੀ ਕਿ 50 ਕਿਲੋਮੀਟਰ 100 ਕਿਲੋਮੀਟਰ ਬਠਿੰਡੇ ਤੋਂ ਅੰਮ੍ਰਿਤਸਰ ਅਸੀਂ ਇਦਾਂ ਵੀ ਪਹੁੰਚਦੇ ਰਹੇ ਬੱਸ ਦੇ ਉੱਤੇ ਬੈਠ ਕੇ। ਬੱਸ ਦੇ ਅੰਦਰ ਸਾਨੂੰ ਜਗ੍ਹਾ ਨਹੀਂ ਸੀ ਮਿਲਦੀ ਹੁੰਦੀ ਵੀ ਇੰਨਾ ਰਸ਼ ਹੁੰਦਾ ਸੀ ਲੋਕਾਂ ਦੇ ਵਿੱਚ ਸਾਰਾ। ਤੇ ਉਹ ਦੌਰ ਇਦਾਂ ਦਾ ਸੀ ਕਿ ਜਦੋਂ ਸ਼ੁਰੂ ਵਿੱਚ ਮੈਂ ਗੁਰਸ਼ਰਨ ਭਾਜੀ ਨੂੰ ਜੁਆਇਨ ਕੀਤਾ ਤੇ ਓਬਵੀਅਸਲੀ ਉਦੋਂ ਇਹ ਮਾਰਕਾਟ ਇਹ ਕਈ ਕੁਝ ਸ਼ੁਰੂ ਹੋ ਗਿਆ ਸੀ। ਤੇ ਮੇਰੇ ਫਾਦਰ ਸਾਹਿਬ, ਕਿਉਂਕਿ ਸਾਡੇ ਤੇ ਖਾਨਦਾਨ ਦੇ ਵਿੱਚ ਕੋਈ ਨਾਟਕ ਵਿੱਚ ਨਹੀਂ ਸੀ, ਨਾ ਕੋਈ ਪਿੰਡ 'ਚ, ਨਾ ਖਾਨਦਾਨ, ਨਾ ਆਲੇ ਦੁਆਲੇ ਕੋਈ ਨਹੀਂ ਸੀ। ਤੇ ਮੇਰੇ ਪਿਓ ਨੇ ਮੇਰੀ ਮਾਂ ਨਾਲ ਵੀ ਲੜਨਾ ਤੇ ਮੇਰੀ ਮਾਂ ਨੇ ਕਹਿਣਾ ਕੋਈ ਨਾ ਹੌਲੀ ਹੌਲੀ ਸੁਧਰ ਜੂਗਾ। ਤੇ ਮੈਂ ਅੱਜ ਹੱਸਦਾ ਹੁੰਦਾ ਵਾ ਕਈ ਵਾਰੀ ਕਿ ਮੈਂ 45 ਸਾਲ ਤੋਂ ਬਾਅਦ ਨਾਟਕ ਕਰਨ ਤੋਂ ਬਾਅਦ ਫਿਰ ਵੀ ਨਹੀਂ ਸੁਧਰਿਆ, ਮੈਂ ਅਜੇ ਵੀ ਉੱਥੇ ਦਾ ਉੱਥੇ ਹੀ ਆ, ਹੈਨਾ। ਤੇ ਉਦੋਂ ਜਦੋਂ ਮੈਂ ਰਾਤ ਨੂੰ ਘਰ ਵਾਪਸ ਆਉਂਦਾ ਸੀ ਕਿ ਇੰਨਾ ਮਾਂ-ਬਾਪ ਦਾ ਫਿਕਰ ਹੁੰਦਾ ਸੀ ਕਿ ਮੇਰੀ ਮਾਂ ਜਿਹੜੀ ਜਿੰਨੇ ਸਾਲ ਮੈਂ ਗੁਰਸ਼ਰਨ ਭਾਜੀ ਨਾਲ ਕੰਮ ਕੀਤਾ ਕਾਲੇ ਦੌਰ 'ਚ, ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਰਾਤ ਨੂੰ ਨਾਟਕ ਕਰਕੇ ਵਾਪਸ ਆ ਸਕਦੇ ਕਿ ਨਹੀਂ, ਰਾਹ 'ਚ ਬੱਸਾਂ 'ਚੋਂ ਕੱਢ ਕੇ ਕਿੱਥੇ ਮਾਰ ਦਿੱਤੇ ਜਾਵਾਂਗੇ ਜਾਂ ਕੀ ਹੋਏਗਾ, ਕੁਝ ਪਤਾ ਨਹੀਂ ਸੀਗਾ। ਕਿਉਂਕਿ ਦੋਨੋਂ ਪਾਸੇ ਹੀ ਸੀਗਾ, ਪੁਲਿਸ ਵੱਲੋਂ ਵੀ ਤੇ ਉਧਰੋਂ ਵੀ CRPF ਵੀ ਸੀ, ਕਈ ਕੁਝ ਸੀ। ਤੇ ਉਹ ਫਿਰ ਮੇਰੀ ਮਾਂ ਨਾਲ ਹਰ ਰਾਤ ਸਾਡੇ ਘਰ ਦੇ ਬਾਹਰ ਇੱਕ ਬਾਲਕੋਨੀ ਸੀਗੀ ਤੇ ਜਿਹੜੀ ਗਲੀ ਵੱਲ ਨੂੰ ਖੁੱਲਦੀ ਸੀ ਤੇ ਮੇਰੀ ਮਾਂ ਰਾਤ ਨੂੰ 2-3 ਵਜੇ ਤੱਕ ਜਿੰਨੀ ਦੇਰ ਮੈਂ ਘਰ ਨਹੀਂ ਸੀ ਪਹੁੰਚਦਾ ਉਹ ਉਧਰ ਨਜ਼ਰ ਗੱਡ ਕੇ ਬੈਠੀ ਰਹਿੰਦੀ ਸੀ ਕਿ ਮੇਰਾ ਮੁੰਡਾ ਕਿੰਨੇ ਵਜੇ ਪਹੁੰਚੇ। ਉਹ ਵੀ ਉਨੀਆਂ ਰਾਤਾਂ ਨਹੀਂ ਸੁੱਤੀ ਜਿੰਨੀਆਂ ਰਾਤਾਂ ਮੈਂ ਘਰ ਤੋਂ ਬਾਹਰ ਰਿਹਾ। ਸੋ ਉਹਨੇ ਫਿਰ ਹੌਲੀ ਜੀ ਉੱਠ ਕੇ ਮੈਨੂੰ ਦੂਰੋਂ ਵੇਖ ਲੈਣਾ ਵੀ ਆ ਗਿਆ ਤੇ ਉਹਨੇ ਦਰਵਾਜ਼ਾ ਖੋਲ ਦੇਣਾ ਤੇ ਮੈਂ ਜਾ ਕੇ ਲੰਮੇ ਪੈ ਜਾਣਾ। ਹਾਂ ਧੰਨਵਾਦ ਜੀ। ਜਿੱਦਾਂ ਮੈਂ ਸਮਝਦਾ ਵਾਂ ਕਿ ਜਿਹੜਾ ਤੁਹਾਡਾ ਜਨੂਨ ਸੀਗਾ ਬਿਲਕੁਲ ਤੇ ਉਹਦੇ ਵਿੱਚ ਕਿਤੇ ਮਾਂ ਦੀ ਦੁਆ ਵੀ ਬਿਲਕੁਲ ਸੀਗੀ ਬਿਲਕੁਲ ਬਹੁਤ। ਕਿ ਹੁਣ ਤੁਸੀਂ ਬਹੁਤ ਮੇਰੇ ਖਿਆਲ 40 ਸਾਲ 36 ਸਾਲ ਹੋ ਗਏ ਇਸ ਸਫ਼ਰ ਨੂੰ, ਬੜਾ ਲੰਬਾ ਸਫ਼ਰ ਤੈਅ ਕੀਤਾ ਹੋਇਆ ਤੁਸੀਂ। ਪਾਕਿਸਤਾਨ ਤੁਸੀਂ ਬਹੁਤ ਵਾਰੀ ਗਏ ਆ ਹਨਾ, ਉੱਥੇ ਥੀਏਟਰ ਕੀਤਾ, ਉਧਰਲੇ ਕਲਾਕਾਰਾਂ ਨੂੰ ਸੱਦ ਕੇ ਇੱਧਰ ਥੀਏਟਰ ਕਰਾਇਆ, ਇੱਕ ਪੁਲ ਦਾ ਕੰਮ ਕੀਤਾ ਕਲਾਕਾਰਾਂ ਦੇ ਦਰਮਿਆਨ। ਤੇ ਇੱਕ ਕਲਾਕਾਰ ਜਿਹੜਾ ਮੰਝਿਆ ਹੋਇਆ ਕਲਾਕਾਰ ਆ, ਜਿਹੜਾ ਕਲਾ ਨੂੰ ਸਮਰਪਿਤ ਆ, ਤੇ ਉਹਨੂੰ ਉਹਦੇ ਕੋਲੋਂ ਆਸ ਵੀ ਉਹੀ ਕਰਨੀ ਚਾਹੀਦੀ ਆ ਤੇ ਉਹਨੂੰ ਕੰਮ ਵੀ ਇਹੀ ਕਰਨੇ ਚਾਹੀਦੇ ਕਿ ਜਿਹੜੇ, ਕਿਉਂਕਿ ਗੁਆਂਢੀ ਮੁਲਕ ਆ, ਪੰਜਾਬੀ ਆ, ਸਾਡੇ ਸਾਰੇ ਦੁੱਖ ਸੁੱਖ ਸਾਂਝੇ ਆ ਤੇ ਉਹਨਾਂ ਤੱਕ ਤੁਸੀਂ ਪਹੁੰਚ ਕੀਤੀ। ਇਹ ਮਦੀਹਾ ਗੌਰ ਹੋਣੀ ਬੜੀ ਵਾਰ ਇੱਥੇ ਆਏ, ਤੁਸੀਂ ਉਹਨਾਂ ਕੋਲ ਗਏ ਤੇ ਕੋਈ ਇਦਾਂ ਦਾ ਸਬਬ ਵੀ ਬਣਿਆ ਕਿ ਤੁਸੀਂ ਇਕੱਠੇ ਇੱਕ ਸਟੇਜ ਨੂੰ ਅਟੈਂਡ ਕੀਤਾ ਹੋਵੇ ਤੇ ਜਾਂ ਪਾਕਿਸਤਾਨ ਜਾ ਕੇ ਉੱਥੋਂ ਦੇ ਕਲਾਕਾਰਾਂ ਬਾਰੇ ਤੇ ਜਾਂ ਉਹ ਇੱਥੇ ਆਉਂਦੇ ਆ ਕਿੱਦਾਂ ਦਾ ਅਨੁਭਵ ਤੁਹਾਡਾ, ਕਿੱਦਾਂ ਮਹਿਸੂਸ ਕਰਦੇ? ਜਿੰਨੀ ਵਾਰੀ ਵੀ ਮੈਂ ਪਾਕਿਸਤਾਨ ਗਿਆ, ਮੈਂ ਕੋਈ 15-20 ਵਾਰ ਗਿਆ ਉੱਥੇ ਪਰਫਾਰਮੈਂਸ ਕਰਨ ਲਈ। ਅੱਜ ਵੀ ਜਾਵਾਂ ਤਾਂ ਲਾਹੌਰ ਦੇ ਵਿੱਚ ਮੇਰੀ ਆਪਣੀ ਇੱਕ ਆਡੀਅנס ਹੈ ਤੇ ਕੇਵਲ ਧਾਲੀਵਾਲ ਦਾ ਨਾਟਕ ਆਇਆ, ਚਲੋ ਵੇਖਣ ਚੱਲੀਏ, ਹੈਨਾ। ਤੇ ਮੈਂ ਸ਼ਿਵ ਕੁਮਾਰ ਬਟਾਲਵੀ ਦਾ ਲੂਣਾ ਵੀ ਉੱਧਰ ਖੇਡ ਕੇ ਆਇਆ। ਉਹ ਮੈਂ ਜਿੰਨੀ ਵਾਰੀ ਵੀ ਕਰਨ ਗਿਆ ਹਾਊਸ ਪੈਕਡ ਸ਼ੋ ਗਏ, ਕਰਾਚੀ ਤੋਂ ਲੋਕ ਲਾਹੌਰ ਉਹ ਨਾਟਕ ਦੇਖਣ ਆਉਂਦੇ ਨੇ, ਯਾਨੀ ਇਦਾਂ ਦਾ ਇੱਕ ਲੋਕਾਂ ਵੱਲੋਂ ਰਿਸਪੌਂਸ ਸੀਗਾ ਲੂਣਾ ਨਾਟਕ ਵਾਸਤੇ। ਸੋ ਮੇਰੀ ਤੇ ਮਦੀਹਾ ਗੌਰ ਦੀ ਇੱਕ ਜਿਹੜੀ ਕ੍ਰੀਏਟਿਵ ਸਾਂਝ ਸੀ, ਸਾਡਾ ਇੱਕ ਭੈਣ ਭਰਾਵਾਂ ਵਾਲਾ ਰਿਸ਼ਤਾ ਸੀਗਾ ਔਰ ਸਾਡੀਆਂ, ਕਿਉਂਕਿ ਦੋਨਾਂ ਮੁਲਕਾਂ ਦੀਆਂ ਇੱਕ ਜੜ੍ਹਾਂ ਤੇ ਸਾਂਝੀਆਂ ਹੈ ਹੀ ਨੇ, ਖਾਸ ਤੌਰ ਤੇ ਪੰਜਾਬੀਆਂ ਦੀਆਂ, ਹੈਨਾ। ਤੇ ਉਹਦੇ ਨਾਤੇ ਜਿਹੜਾ ਸੀ ਕਿ ਉਧਰਲੇ ਲਾਹੌਰ ਦਾ ਜਿਹੜਾ ਥੀਏਟਰ ਸੀ, ਮੈਨੂੰ ਉਧਰ ਜਾ ਕੇ ਨਾਟਕ ਵੀ ਮੈਂ ਤਿਆਰ ਕਰਵਾਏ ਲਾਹੌਰ ਵਾਲਿਆਂ ਦੇ ਨਾਲ, ਉੱਥੋਂ ਦੇ ਕਲਾਕਾਰਾਂ ਦੇ ਨਾਲ। ਮੈਂ ਜਿਹੜੀ ਪੀਰੋ ਪ੍ਰੇਮਣ ਜਿਹੜੀ ਸਭ ਤੋਂ ਪਹਿਲੀ ਸ਼ਾਇਰਾ ਸਾਡੀ ਪੰਜਾਬੀ ਦੀ, ਉਹਦੀ ਜ਼ਿੰਦਗੀ ਦੇ ਉੱਤੇ ਵੀ ਮੈਂ ਨਾਟਕ ਤਿਆਰ ਕਰਵਾਇਆ, ਸਵਰਾਜ ਵੀਰ ਹੋਰਾਂ ਵਾਲਾ ਨਾਟਕ ਤਿਆਰ ਕਰਵਾਇਆ। ਫਿਰ ਮੈਂ ਕਬੀਰ ਦੇ ਉੱਤੇ ਨਾਟਕ ਤਿਆਰ ਕਰਵਾਇਆ। ਮੈਨੂੰ ਲੱਗਦਾ ਸੀ ਕਿ ਕਬੀਰ ਤੋਂ ਵੱਡਾ ਅਮਨ ਦੀ ਗੱਲ ਕਰਨ ਵਾਲਾ ਕੌਣ ਹੋ ਸਕਦਾ ਹੈ ਨਾ, ਸਾਂਝ ਦੀ ਗੱਲ ਕਰਨ ਵਾਲਾ ਕੌਣ ਹੋ ਸਕਦਾ। ਸੋ ਮੈਂ ਉੱਥੇ ਨਾਟਕ ਤਿਆਰ ਕਰਵਾਇਆ, ਕਬੀਰਾ ਖੜਾ ਬਾਜ਼ਾਰ ਮੇਂ, ਭੀਸ਼ਮ ਸਾਨੀ ਦਾ ਪਲੇ। ਸੋ ਉਹ ਪਲੇ ਨੂੰ ਇੰਨੀ ਦੁਨੀਆ ਵੇਖਣ ਆਈ ਕਿਉਂਕਿ ਪਾਕਿਸਤਾਨ 'ਚ ਬਹੁਤ ਘੱਟ ਗੱਲ ਹੋਈ ਹੈ ਕਬੀਰ ਬਾਰੇ, ਤੇ ਜਦੋਂ ਇਹ ਗੱਲ ਹੋਈ ਕਬੀਰ ਬਾਰੇ ਨਾਟਕ, ਉਹ ਬੜਾ ਵਿਸ਼ਾਲ ਪ੍ਰੋਡਕਸ਼ਨ ਸੀ ਕਿ ਜਿਹਨੂੰ ਕਿ ਬਹੁਤ ਵੱਡੀ ਕੈਨਵਸ ਦੀ ਪ੍ਰੋਡਕਸ਼ਨ ਸੀ। ਸੋ ਉਹ ਜਿਹੜੀ, ਔਰ ਉਹਨਾਂ ਦੇ ਕਲਾਕਾਰ ਜਿਹੜੇ ਲਾਹੌਰ ਤੋਂ ਸੀ, ਮੈਂ ਹਰ ਸਾਲ ਜੂਨ 'ਚ ਇੱਕ ਵਰਕਸ਼ਾਪ ਕਰਦਾ, ਥੀਏਟਰ ਵਰਕਸ਼ਾਪ ਹੁੰਦੀ, ਟ੍ਰੇਨਿੰਗ ਵਰਕਸ਼ਾਪ। ਤੇ ਪਾਕਿਸਤਾਨ 'ਚ ਟ੍ਰੇਨਿੰਗ ਦੀ, ਥੀਏਟਰ ਦੀ ਟ੍ਰੇਨਿੰਗ ਦੀ ਕੋਈ ਹੈ ਨਹੀਂ ਗੀ, ਕੋਈ ਇੰਸਟੀਚਿਊਟ ਨਹੀਂ ਹੈ।
ਉਹ ਹਰ ਸਾਲ ਮੇਰੇ ਕੋਲ ਟ੍ਰੇਨਿੰਗ ਲੈਣ ਆਉਂਦੇ ਸੀ। ਫਿਰ ਅਸੀਂ ਸਾਂਝਿਆਂ ਮਿਲ ਕੇ ਦੋਵਾਂ ਮੁਲਕਾਂ ਦੇ ਕਲਾਕਾਰਾਂ ਨੇ ਯਾਤਰਾ 1947 ਤੁਸੀਂ ਉਹ ਨਾਟਕ ਵੀ ਦੇਖਿਆ ਹੈ ਨਾ। ਉਹ ਨਾਟਕ ਦੇ ਵਿੱਚ ਪਾਕਿਸਤਾਨ ਦੇ ਕਲਾਕਾਰ ਵੀ ਸੀ ਤੇ ਇੱਧਰਲੇ ਪੰਜਾਬ ਦੇ ਕਲਾਕਾਰ ਵੀ ਸੀ। ਸੋ 20 ਕਲਾਕਾਰ ਮੈਂ ਉਧਰੋਂ ਲਏ, 20 ਕਲਾਕਾਰ ਇੱਧਰੋਂ ਲਏ, 20 ਕਵਿਤਾਵਾਂ ਉਹਨਾਂ ਦੀਆਂ ਲਈਆਂ, 20 ਕਵਿਤਾਵਾਂ ਇੱਧਰ ਦੀਆਂ ਲਈਆਂ। ਸੋ ਉਹ ਇੱਕ ਸਾਂਝਾ ਦਾ ਪੁਲ ਬਣ ਕੇ ਜਿਹੜਾ ਨਾਟਕ ਫਿਰ ਦੋਨਾਂ ਮੁਲਕਾਂ 'ਚ ਖੇਡਿਆ ਗਿਆ। ਉਹ ਨਾਟਕ ਮੈਂ ਇੱਧਰ ਅੰਮ੍ਰਿਤਸਰ ਵੀ ਖੇਡਿਆ, ਲਾਹੌਰ ਵੀ ਖੇਡਿਆ। ਔਰ ਉਸ ਨਾਟਕ ਦੀ ਖੂਬਸੂਰਤੀ ਕਿ ਉਹ ਵਾਗੇ ਦੀਆਂ ਜਿੱਥੇ ਤਾਰਾਂ ਨੇ, ਤਾਰਾਂ ਦੇ ਪਰਲੇ ਪਾਸੇ, ਯਾਨੀ ਇੱਧਰੋਂ ਜਦੋਂ ਪਰਲੇ ਪਾਸੇ ਜਾਈਏ ਤੇ ਬਿਲਕੁਲ ਉੱਥੇ ਵੀ ਅਸੀਂ ਉਹ ਖੇਡਿਆ। ਉੱਥੇ ਹੰਸਰਾਜ ਹੰਸ ਵੀ ਮੇਰੇ ਨਾਲ ਸੀ, ਉਹ ਮੇਰੇ ਤੋਂ ਪਹਿਲਾਂ ਉਹਦੇ ਗੀਤ ਵੀ ਹੋਏ ਤੇ ਅਸੀਂ ਉਹ ਨਾਟਕ ਵੀ ਬਿਲਕੁਲ ਬਾਰਡਰ ਨੋ ਮੈਨਸ ਲੈਂਡ ਵਾਲੀ ਜਗ੍ਹਾ ਦੇ ਉੱਤੇ ਖੇਡ। ਹੁਣ ਯਾਤਰਾ 1947 ਜਦੋਂ ਮੈਂ ਦੇਖਿਆ ਸੀਗਾ, ਉਹਦੇ ਵਿੱਚ ਮਤਲਬ ਇੰਨਾ ਕੁਝ ਦਰਦ ਭਰਿਆ ਸੀਗਾ, ਮਤਲਬ ਇੰਨੇ ਸਾਰੇ ਪਾਤਰ, ਸੰਤਾਪ ਹਿੰਦੁਸਤਾਨ ਦੇ, ਪਾਕਿਸਤਾਨ ਦੇ ਹੰਢਾਰੇ। ਅਸੀਂ ਆਪਣੇ ਮਾਤਾ ਪਿਤਾ ਕੋਲੋਂ ਉੱਧਰ ਦੀਆਂ ਗੱਲਾਂ ਸੁਣੀਆਂ, ਸਾਰਾ ਕੁਝ ਉਹਦੇ 'ਚ ਵੇਖਿਆ। ਮੈਂ ਖੁਦ ਬੜਾ ਭਾਵੁਕ ਹੋ ਗਿਆ। ਮਤਲਬ ਉਹ ਲਿਖਦਿਆਂ, ਉਹ ਕਰਦਿਆਂ, ਮਤਲਬ ਤੁਸੀਂ ਕਿੱਦਾਂ ਮਹਿਸੂਸ ਕਰਦੇ ਸੀ? ਉਹ ਯਾਤਰਾ 1947 ਕਿੱਦਾਂ ਚੁਣ ਲਈ ਤੁਸੀਂ? ਉਹ ਚੁਣਨ ਦਾ ਇੱਕ ਸਬਬ ਇਹ ਸੀਗਾ ਕਿ ਮੇਰੇ ਫਾਦਰ ਸਾਹਿਬ, ਮੇਰੇ ਮਦਰ, ਉਹ ਮੇਰੇ ਮਾਪਿਓ ਉਧਰੋਂ ਉਜੜ ਕੇ ਆਏ ਸੀ ਤੇ ਉਹ ਮੈਂ ਆਪਣੇ ਪਿਓ ਦੇ ਕੋਲੋਂ ਹਰ ਰਾਤ ਰੋਟੀ ਖਾਣ ਵੇਲੇ ਮੇਰੇ ਪਿਓ ਨੇ, ਜਿੰਨੀ ਦੇਰ ਉਹਨਾਂ ਦੀ ਡੈਥ ਨਹੀਂ ਹੋਈ, ਉਹਨਾਂ ਨੇ 2098-99 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਤੇ ਉਹ ਜਿੰਨੇ ਸਾਲ ਜੀਂਦੇ ਰਹੇ 47 ਤੋਂ ਬਾਅਦ, ਉਹਨਾਂ ਹਰ ਰਾਤ ਉਸ ਘਰ ਨੂੰ ਯਾਦ ਕੀਤਾ। ਔਰ ਮੈਂ ਉਹਨਾਂ ਦੀਆਂ ਅੱਖਾਂ 'ਚ ਹਰ ਰਾਤ ਉਹ ਲਿਸ਼ਕ ਵੇਖਦਾ ਰਿਹਾ। ਉਹਨਾਂ ਰੋਟੀ ਖਾਣ ਲੱਗਿਆ ਕਹਿਣਾ, ਪੁੱਤ ਜਦੋਂ ਅਸੀਂ ਉਧਰੋਂ ਉੱਜੜ ਕੇ ਆਏ, ਇਹ ਉੱਜੜ ਕੇ ਉਹ ਕਦੀ ਨਹੀਂ ਸੀ ਕਹਿੰਦੇ ਜਦੋਂ ਮੁਲਕ ਆਜ਼ਾਦ ਹੋਏ, ਜਦੋਂ ਮੁਲਕ ਵੰਡਿਆ ਗਿਆ, ਜਦੋਂ ਪਾਕਿਸਤਾਨ, ਉਹ ਕੁਝ ਨਹੀਂ ਕਿਹਾ। ਉਹ ਕਹਿੰਦੇ ਜਦੋਂ ਅਸੀਂ ਉੱਜੜ ਕੇ ਆਏ। ਇਹ ਬਹੁਤ ਹੌਂਟਿੰਗ ਗੱਲ ਸੀ, ਬਹੁਤ ਦਿਲ ਨੂੰ ਚੁਭਵੀਂ ਗੱਲ ਸੀ ਵੀ ਉੱਜੜਨਾ ਬਹੁਤ ਉਜਾੜਾ, ਬਹੁਤ ਵੱਡੀ ਗੱਲ ਹੈ। ਸੋ ਕਿਉਂਕਿ ਮੇਰੇ ਪਿਓ ਨੇ 1947 ਵੇਖੀ ਸੀ, ਮੈਂ 1984 ਵੇਖੀ। ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਵੰਡ ਨਾਲ ਜੁੜੀਆਂ ਹੋਈਆਂ ਤੇ 84 ਦੇ ਵਿੱਚ ਹਿੰਦੂ ਸਿੱਖ ਸਾਰਾ ਕੁਝ, ਤੇ ਅਸੀਂ ਬੜੇ ਉਦੋਂ ਵੀ ਅਸੀਂ ਕਵਿਤਾਵਾਂ ਵੀ ਬੋਲਦੇ, ਗੀਤ ਵੀ, ਕਿ ਉਦੋਂ ਵਾਰਿਸ ਨੂੰ ਅਸਾਂ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ ਨਾ। ਇਦਾਂ ਦੀ ਅਸੀਂ ਕਈ ਕੁਝ ਕਰਦੇ ਸੀ ਤੇ ਉਹ 47 ਤੇ 84 ਦਾ ਜਿਹੜਾ ਦਰਦ ਮੇਰੇ ਅੰਦਰ ਸੀਗਾ ਹੈ ਨਾ, ਤੇ ਮੈਂ ਉਹ ਸਾਰੇ ਦਰਦ ਨੂੰ ਫਿਰ ਮੈਂ ਉਹਦੇ ਵਿੱਚ ਜੀਵਿਆ ਯਾਤਰਾ 1947 ਚ। ਔਰ ਉਹਦੀਆਂ ਜਿਹੜੀਆਂ ਅਸੀਂ ਪਹਿਲੇ ਐਕਸਰਸਾਈਜ਼, ਹਾਲੇ ਅਸੀਂ ਸਕ੍ਰਿਪਟ ਨਹੀਂ ਸੀ ਲਿਖੀ ਤੇ ਮੈਂ ਕਲਾਕਾਰਾਂ ਦੇ ਨਾਲ ਐਕਸਰਸਾਈਜ਼ ਕਰਦਾ ਸੀ ਕਿ ਤੁਸੀਂ ਉਹ ਯਾਦ ਕਰੋ ਕਿ ਤੁਹਾਡੇ ਮਾਂ ਪਿਓ ਕਿੱਦਾਂ ਵੱਡੇ ਗਏ, ਤੁਹਾਡੇ ਦਾਦਾ ਦਾਦੀ, ਤੁਹਾਡਾ ਆਂਢ ਗੁਆਂਢ, ਬਿਨਾਂ ਕਿਸੇ ਗੱਲ ਤੋਂ ਚੰਗੇ ਭਲੇ ਵਸਦੇ ਪਿੰਡ ਦੇ ਲੋਕ ਕਿੱਦਾਂ ਇੱਕ ਖੂਨ ਦੇ ਪਿਆਸੇ ਹੋ ਗਏ ਹੋਣਗੇ। ਕਿੱਦਾਂ ਮੈਂ ਉਸ ਨਾਟਕ ਦੇ ਵਿੱਚ ਮੈਂ ਥੱਲੇ, ਮੈਨੂੰ ਸੀ ਕਿ ਜਦੋਂ ਤੁਰ ਕੇ ਆਏ ਹੋਣਗੇ ਇੱਕ ਤੋਂ ਦੂਜੇ ਮੁਲਕ ਦੇ ਵਿੱਚ ਤੇ ਆਲੇ ਦੁਆਲੇ ਕੁਝ ਵੀ ਹਰਿਆ ਨਹੀਂ ਬਚਿਆ ਹੋਏਗਾ, ਜਿਹੜਾ ਹਰਿਆ ਹੋਏਗਾ ਸੁੱਕ ਗਿਆ ਹੋਏਗਾ। ਵੀ ਉਹ ਖੂਨ ਦੇ ਨਾਲ ਇੰਨਾ ਕੁਝ ਉਸ ਦਿਲਾਂ ਚੋਂ ਕੀ ਕੁਝ ਸੁੱਕ ਗਿਆ ਹੋਏਗਾ ਹੈ ਨਾ। ਉਹ ਸਾਂਝਾਂ ਕਿਵੇਂ ਸੁੱਕ ਗਈਆਂ, ਉਹ ਤੁਹਾਡੀਆਂ ਭਾਵਨਾਵਾਂ ਕਿਵੇਂ ਸੁੱਕ ਗਈਆਂ, ਤੁਹਾਡਾ ਅੰਦਰ ਕਿਵੇਂ ਸੁੱਕ ਗਿਆ ਸਾਰਾ, ਤੁਹਾਡੇ ਰਿਸ਼ਤੇ ਕਿੱਦਾਂ ਸੁੱਕ ਗਏ। ਤੇ ਮੈਂ ਉਹਦੀ ਜਿਹੜਾ ਸੁੱਕਣ ਦਾ ਜਿਹੜਾ ਇਹ ਸਬੱਬ ਬਣਦਾ ਹੈ, ਇਹ ਵੱਡ ਕੱਟ ਦੇ ਨਾਲ ਮੈਂ ਉਹਨੂੰ ਫਿਰ ਉਹਨਾਂ ਕਲਾਕਾਰਾਂ ਦੇ ਐਕਸਪ੍ਰੈਸ਼ਨ ਦੇ ਰਾਹੀਂ ਉਹਦੇ ਵਿੱਚ ਲੈ ਕੇ ਆਉਂਦਾ। ਤੁਹਾਨੂੰ ਯਾਦ ਹੋਵੇਗਾ ਮੈਂ ਸੈੱਟ 'ਚ ਨਾ ਬੜੀਆਂ ਪੌੜੀਆਂ ਯੂਜ਼ ਕੀਤੀਆਂ ਸੀ, ਬਹੁਤ ਸਾਰੇ ਉਹ ਪੌੜੀਆਂ ਸੀਗੀਆਂ ਤੇ ਉਹਨਾਂ ਦੇ ਉੱਤੇ ਉਹ ਕਦੀ ਘਰ ਬਣ ਜਾਂਦੀਆਂ ਪੌੜੀਆਂ, ਕਦੀ ਉਹ ਰਿਫਿਊਜੀ ਕੈਂਪ ਬਣ ਜਾਂਦੀਆਂ ਪੌੜੀਆਂ ਹੈ ਨਾ, ਕਦੀ ਉਹ ਖੇਤ ਬਣ ਜਾਂਦੀਆਂ ਨੇ ਪੌੜੀਆਂ। ਵੀ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਕਿਵੇਂ ਲੁਕਦੇ ਲੁਕਾਉਂਦੇ ਇਧਰੋਂ ਉਧਰ ਗਏ ਸੀ, ਕਿਵੇਂ ਖੇਤਾਂ 'ਚ ਹੀ ਵੱਢੇ ਗਏ। ਤੇ ਉਹ ਜਿਹੜੇ ਜਿੰਨੇ ਇਨਸੀਡੈਂਟ ਸੀ ਉਸ ਨਾਟਕ ਦੇ ਵਿੱਚ, ਉਹ ਸਾਰੇ ਰੀਅਲ ਸੀ। ਉਹ ਜੋ ਕੁਝ ਵੀ ਕਲਾਕਾਰਾਂ ਨੂੰ ਮੈਂ ਕਿਹਾ ਤੁਸੀਂ ਆਪਣੇ ਮਾਪਿਓ ਕੋਲੋਂ ਸੁਣ ਕੇ ਆਓ ਕਿ 47 ਚ ਤੁਹਾਡੇ ਨਾਲ ਕੀ ਬੀਤਿਆ ਜਾਂ ਤੁਸੀਂ ਆਲੇ ਦੁਆਲੇ ਕੀ ਵੇਖਿਆ ਹੈ ਨਾ। ਉਹ ਘਟਨਾਵਾਂ ਸੀ ਬਿਲਕੁਲ ਓਰੀਜਨਲੀ ਜੋ ਮੇਰੇ ਪਿਓ ਨਾਲ ਬੀਤਿਆ ਰਾਹ 'ਚ, ਅਸੀਂ ਉਹਦੇ ਵਿੱਚੋਂ ਪਾਈਆਂ ਸੀ ਘਟਨਾਵਾਂ। ਸੋ ਇਸ ਕਰਕੇ ਉਹ ਜਿਹੜੀ ਪ੍ਰੋਡਕਸ਼ਨ ਸੀ ਉਹ ਇੰਨੀ ਜ਼ਿਆਦਾ, ਪਰ ਮੈਂ ਉਹਨੂੰ ਉਸ ਦਰਦ ਨੂੰ ਮੈਂ ਅੱਜ ਦੇ ਸਮਿਆਂ 'ਚ ਲੈ ਕੇ ਆਂਦਾ ਸੀ ਕਿ ਹੁਣ ਵਕਤ ਆ ਗਿਆ ਕਿ ਓਕੇ, ਜੇਕਰ ਇੱਕ ਲਕੀਰ ਪੈ ਗਈ ਆ ਇਹਨੂੰ ਪਈ ਰਹਿਣ ਦੇਈਏ ਪਰ ਇਹਨੂੰ ਹੋਰ ਗੂੜਾ ਨਾ ਕਰੀਏ। ਸਾਨੂੰ ਹੁਣ ਵਕਤ ਆ ਗਿਆ ਕਿ ਅਸੀਂ ਇੱਥੇ ਕੋਈ ਗੁਲਾਬਾਂ ਦਾ ਮੌਸਮ ਲੈ ਕੇ ਆਈਏ ਇਹਦੇ ਉੱਤੇ। ਭਾਜੀ ਮੇਰਾ ਅਗਲਾ ਸਵਾਲ ਇਹ ਆ ਕਿ ਰੰਗਮੰਚ ਆਰਟ ਮੂਵੀ, ਇੱਕ ਫਿਲਮ, ਇਹਨਾਂ ਨੇ ਤਿੰਨਾਂ ਨੇ ਮਤਲਬ ਇੱਕੋ ਹੀ ਕਨਸੈਪਟ 'ਚ ਗੱਲ ਕਰਨੀ ਆ ਤੇ ਇਹਨਾਂ ਤਿੰਨਾਂ 'ਚੋਂ ਮਤਲਬ ਕਿਹੜਾ ਮੀਡੀਆ ਵਾ ਜਿਹੜਾ ਜ਼ਬਰਦਸਤ ਢੰਗ ਨਾਲ ਗੱਲ ਕਰ ਸਕਦਾ? ਕਿਉਂਕਿ ਮੈਂ ਇਹ ਸਮਝਦਾ ਵੀ ਜਿਹੜਾ ਰੰਗਮੰਚ ਆ ਤੇ ਆਰਟ ਮੂਵੀ ਆ,
ਹਨਾ ਇਹਨਾਂ ਨੂੰ ਬਹੁਤਾ ਵੱਖਰਿਆ ਕਰਕੇ ਨਹੀਂ ਵੇਖਿਆ ਜਾ ਸਕਦਾ, ਪਰ ਫਿਰ ਵੀ ਇਹਨਾਂ ਦੋਨਾਂ ਚੋਂ ਮਤਲਬ ਜਾਂ ਤਿੰਨਾਂ ਚੋਂ ਜੇ ਚੁਣਨਾ ਹੋਵੇ, ਤੁਸੀਂ ਚੁਣਨਾ ਹੋਵੇ ਤੇ ਕਿਹੜਾ ਮਾਧਿਅਮ ਚੁਣੋਗੇ? ਮੈਂ ਬਿਲਕੁਲ ਰੰਗਮੰਚ ਹੀ ਚੁਣਾਂਗਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਰੰਗਮੰਚ ਦੇ ਰਾਹੀਂ ਜਿਹੜਾ ਰਿਸ਼ਤਾ ਇੱਕ ਦਰਸ਼ਕ ਨਾਲ ਬਣਦਾ, ਇੱਕ ਸਮਾਜ ਨਾਲ ਜੋ ਰਿਸ਼ਤਾ ਬਣਦਾ, ਉਹ ਤੁਹਾਨੂੰ ਉਸੇ ਵੇਲੇ ਰਿਸਪੌਂਡ ਕਰਦਾ, ਉਸੇ ਵੇਲੇ ਉਹ ਅੱਗੋਂ। ਕਿਉਂਕਿ ਜਦੋਂ ਅਸੀਂ ਸਟੇਜ ਦੇ ਉੱਤੇ ਹੱਸਦੇ ਆ ਨਾ, ਦਰਸ਼ਕ ਵੀ ਹੱਸਦਾ, ਜਦੋਂ ਅਸੀਂ ਰੋਂਦੇ ਆ ਸਟੇਜ ਤੇ ਉਹ ਵੀ ਰੋਂਦਾ। ਉਹ ਸਾਡੇ ਵਿੱਚੋਂ ਆਪਣਾ ਘਰ ਲੱਭਦਾ ਹੈ ਨਾ, ਸਾਡੇ ਚੋਂ ਆਪਣਾ ਸਮਾਜ ਲੱਭਦਾ, ਆਪਣਾ ਆਲਾ ਦੁਆਲਾ ਲੱਭਦਾ। ਉਹ ਨਾਟਕ ਖਤਮ ਹੋਣ ਤੋਂ ਬਾਅਦ ਦਰਸ਼ਕ ਚਾਟਾ ਸਟੇਜ ਤੇ ਆ ਕੇ ਸਾਨੂੰ ਗਲੇ ਵੀ ਲਗਾ ਲੈਂਦਾ, ਸਾਨੂੰ ਇਹ ਵੀ ਦੱਸ ਦਿੰਦਾ ਵੀ ਇੱਥੇ ਕਿ ਤੁਸੀਂ ਇਦਾਂ ਕਰ ਲਿਓ, ਇੱਥੇ ਕਿ ਇਦਾਂ ਕਰ ਲਿਓ। ਯਾਨੀ ਇਹ ਜਿਹੜੀ ਇੱਕ ਜ਼ਿੰਦਾ ਕਲਾ ਹੈ ਨਾ, ਜਿਹੜੀ ਇਹ ਸਾਨੂੰ ਜ਼ਿਆਦਾ ਜਿਹੜੀ ਸਟਰੋਂਗ ਕਰਦੀ ਹੈ। ਮੈਂ ਸਮਝਦਾ ਇਹ ਮਾਧਿਅਮ ਬੜਾ ਸਟਰੋਂਗ ਹੈ, ਕਿਉਂਕਿ ਰੰਗਮੰਚ, ਮੈਂ ਹਮੇਸ਼ਾ ਕਹਿੰਦਾ ਨਾ ਕਿ ਰੰਗਮੰਚ ਇੱਕ ਅੱਗ ਦੀ ਤਰ੍ਹਾਂ। ਤੁਸੀਂ ਅੱਗ ਦੀਆਂ ਕਦੀ ਤਸਵੀਰਾਂ ਖਿੱਚ ਕੇ ਵੇਖਿਓ, ਜਦੋਂ ਇੱਕ ਤਸਵੀਰ ਖਿੱਚੋਗੇ ਦੂਜੀ ਤਸਵੀਰ ਉਹੋ ਜਿਹੀ ਨਹੀਂ ਹੋਏਗੀ, ਤੀਜੀ ਤਸਵੀਰ ਫਿਰ ਹੋਰ ਹੋਏਗੀ, ਕਦੀ ਇੱਕੋ ਜਿਹੀਆਂ ਨਹੀਂ ਹੋਣਗੀਆਂ, ਹੈ ਨਾ। ਤੇ ਰੰਗਮੰਚ ਜਿਹੜਾ ਬਿਲਕੁਲ ਉਸੇ ਤਰ੍ਹਾਂ ਅੱਗ ਦੀ ਤਰ੍ਹਾਂ ਕਿ ਜਿਹੜੀ ਪ੍ਰੋਡਕਸ਼ਨ ਤੁਸੀਂ ਅੱਜ ਕੀਤੀ ਸੇਮ ਨਾਟਕ ਦੀ, ਕੱਲ ਉਹ ਸ਼ੋਅ ਕਰੋਗੇ ਕੁਝ ਹੋਰ ਤਰ੍ਹਾਂ ਦਾ ਹੋਏਗਾ, ਪਰਸੋਂ ਕੁਝ ਹੋਰ ਤਰ੍ਹਾਂ ਦਾ ਹੋਏਗਾ, ਕਿਉਂਕਿ ਸਾਹਮਣੇ ਬੈਠੇ ਦਰਸ਼ਕ ਬਦਲ ਜਾਣਗੇ, ਸਾਹਮਣੇ ਤੁਹਾਡੀ ਸਟੇਜ ਬਦਲ ਜਾਏਗੀ, ਤੁਹਾਡਾ ਆਲਾ ਦੁਆਲਾ ਬਦਲ ਜਾਏਗਾ। ਉਹ ਤੁਹਾਨੂੰ ਜਿਹੜਾ ਆਲਾ ਦੁਆਲਾ ਇੱਕ ਤੁਹਾਨੂੰ ਪ੍ਰੇਰਨਾ ਦਿੰਦਾ, ਦਰਸ਼ਕਾਂ ਦੀਆਂ ਤਾੜੀਆਂ ਪ੍ਰੇਰਨਾ ਦਿੰਦੀਆਂ, ਦਰਸ਼ਕਾਂ ਦੀ ਚੁੱਪ ਵੀ ਤੁਹਾਨੂੰ ਪ੍ਰੇਰਨਾ ਦਿੰਦੀ ਹੈ ਕਲਾਕਾਰ ਨੂੰ, ਤੇ ਇੰਨੇ ਪਿਆਰ ਨਾਲ ਸੁਣਦੇ ਪਏ ਆ। ਇਹ ਤਾੜੀ ਮਾਰਨ ਦੇ ਵਿੱਚ ਵੀ ਡਿਸਟਰਬੈਂਸ ਸਮਝਦੇ ਆ ਦਰਸ਼ਕ ਜਿਹੜੇ ਹੈ ਨਾ। ਉਹ ਚੀਜ਼ ਜਿਹੜੀ ਤੁਹਾਡੇ ਅੰਦਰ ਆ ਜਾਂਦੀ ਹੈ ਨਾ, ਤੇ ਉਹ ਤੁਹਾਨੂੰ ਰੰਗਮੰਚ ਦੇ ਰਾਹੀਂ ਜਿਹੜਾ ਦਰਸ਼ਕਾਂ ਦੇ ਨਾਲ ਜੋੜਦੀ ਹੈ। ਸੋ ਇਸ ਲਈ ਮੈਂ ਸਮਝਦਾ ਕਿ ਇਹ ਜਿਹੜਾ ਮਾਧਿਅਮ ਰੰਗਮੰਚ, ਜਿਹੜਾ ਰੰਗਮੰਚ ਨੂੰ ਤੁਸੀਂ ਨਾਟਕ ਕਰਦੇ ਹੋਏ ਤੁਸੀਂ ਕਦੀ ਵੀ ਬਦਲ ਲਓ, ਉਹਦੇ ਵਿੱਚ ਇੱਕ ਸੀਨ ਹੋਰ ਜੋੜ ਸਕਦੇ ਹੋ ਅੱਜ ਦੇ ਮੁਤਾਬਕ, ਜਿਹੜਾ 10 ਸਾਲ ਪਹਿਲੇ ਲਿਖਿਆ ਅੱਜ ਇੱਕ ਨਵਾਂ ਸੀਨ ਜੋੜ ਦਿਓ ਉਸੇ ਨਾਟਕ ਦੇ ਵਿੱਚ। ਜਦੋਂ ਕਿ ਫਿਲਮ ਮਾਧਿਅਮ ਜਿਹੜਾ ਵਾ ਉਹ ਇੱਕ ਵਾਰੀ ਜਿਹੜਾ ਬਣ ਗਿਆ ਹੈ ਨਾ, ਉਹ ਉੱਥੇ ਜੜ ਹੋ ਜਾਂਦਾ। ਅੱਛਾ ਕੇਵਲ ਭਾਜੀ, ਇੱਕ ਗੱਲ ਹੋਰ ਆ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਮਤਲਬ ਲਿਖੀਆਂ ਵੀ ਜਿਹੜੀਆਂ ਰੰਗਮੰਚ ਦੇ ਨਾਲ ਸੰਬੰਧਿਤ ਆ, ਨਾਟਕ ਦੂਸਰੀ ਭਾਸ਼ਾਵਾਂ ਚੋਂ ਲੈ ਕੇ ਇੱਧਰ ਵੀ ਆਏ ਆ, ਹਨਾ। ਪੰਜਾਬੀ ਦਰਸ਼ਕਾਂ ਨੂੰ ਜਿਹੜੀ ਦੂਸਰੀਆਂ ਖੇਤਰੀ ਭਾਸ਼ਾਵਾਂ ਉਹਨਾਂ ਦੇ ਮਤਲਬ ਦਰਸ਼ਕਾਂ ਅੱਗੇ ਬਹੁਤ ਕੁਝ ਪਰੋਸਿਆ ਤੁਸੀਂ ਉਹਨਾਂ ਦਾ। ਮੇਰਾ ਸਵਾਲ ਇਹ ਹੈ ਕਿ ਇੱਕ ਜਿਹੜੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਤੁਸੀਂ ਘੁੰਮੇ ਆ, ਇੱਕ ਉੱਥੋਂ ਦਾ ਥੀਏਟਰ ਹੈ, ਠੀਕ ਹੈ, ਇੱਕ ਆਪਣੇ ਪੰਜਾਬ ਦਾ ਥੀਏਟਰ ਹੈ, ਇੱਕ ਵਿਸ਼ਵ ਦਾ ਥੀਏਟਰ ਹੈ। ਪੰਜਾਬੀ ਰੰਗਮੰਚ ਨੂੰ ਮਤਲਬ ਤੁਸੀਂ ਕਿੱਥੇ ਕੁ ਖੜਾ ਦੇਖਦੇ ਆ? ਮਤਲਬ ਇਹ ਪਿੱਛੇ ਤਾਂ ਕਿਸੇ ਵੀ ਤਰ੍ਹਾਂ ਨਹੀਂ ਆ, ਜਾਂ ਇਹਨੂੰ ਕਿੱਦਾਂ ਹੋਰ ਅੱਗੇ ਲੈ ਕੇ ਜਾਇਆ ਜਾ ਸਕਦਾ, ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ? ਮੈਂ ਸਮਝਦਾ ਕਿ ਕੋਈ ਵਕਤ ਜ਼ਰੂਰ ਸੀਗਾ ਕਿ ਜਦੋਂ ਪੰਜਾਬੀ ਰੰਗਮੰਚ ਬਾਰੇ ਗੱਲ ਕੀਤੀ ਜਾਂਦੀ, ਜਿਵੇਂ ਪਹਿਲੇ ਵੀ ਦੱਸਿਆ ਕਿ ਹਾਂਜੀ ਇਹ ਦੂਜੀਆਂ ਸਟੇਟਾਂ ਦੇ ਹਾਲ ਦਾ ਨਹੀਂ, ਪਰ ਇੱਕ ਦੌਰ ਹੁਣ ਇਹ ਆਇਆ ਕਿ ਅੱਜ ਤੋਂ 3 ਸਾਲ ਪਹਿਲੇ ਜਦੋਂ ਥੀਏਟਰ ਓਲੰਪੀਆਡ ਹੋਇਆ, ਜਿਹਦੇ ਵਿੱਚ ਲਗਭਗ 70 ਮੁਲਕਾਂ ਨੇ ਭਾਗ ਲਿਆ, ਔਰ 70 ਮੁਲਕਾਂ ਨੇ ਉਸ ਜਿਹੜੀ ਥੀਏਟਰ ਓਲੰਪੀਆਡ ਦੇ ਵਿੱਚ ਪੇਸ਼ਕਾਰੀ ਹੋਈ, ਉਹਦੇ ਵਿੱਚ 4 ਨਾਟਕ ਪੰਜਾਬੀ ਦੇ ਵੀ ਸੀ। ਵੈਰੀ ਗੁੱਡ, ਬਹੁਤ। ਯਾਨੀ ਥੀਏਟਰ ਦਾ ਹੁਣ ਇੱਕ ਮੁਕਾਮ ਇਹ ਬਣਿਆ, ਇਹ ਇੱਕ ਥੀਏਟਰ ਨੂੰ ਰਿਸਪੈਕਟ ਮਿਲੀ ਪੰਜਾਬੀ ਰੰਗਮੰਚ ਨੂੰ। ਉਹਦਾ ਕਾਰਨ ਇਹੀ ਸੀ ਕਿ ਜਿਹੜੇ ਲੋਕ ਇਸ ਤਰ੍ਹਾਂ ਟ੍ਰੇਨਿੰਗ ਲੈ ਕੇ ਆਏ, ਜਾਂ ਜਿਨ੍ਹਾਂ ਨੇ ਆਪਣਾ ਮੁਕਾਮ ਆਪਣੇ ਤਜਰਬੇ ਦੇ ਵਿੱਚੋਂ ਇੱਕ ਬਣਾ ਲਿਆ, ਉਹਦੇ ਵਿੱਚ ਭਾਵੇਂ ਨੀਲਮ ਮਾਨ ਸਿੰਘ ਹੈ, ਉਹਦੇ ਵਿੱਚ ਮੇਰਾ ਵੀ ਹਿੱਸਾ ਵਾ, ਉਹ 'ਚ ਡਾਕਟਰ ਆਤਮਜੀਤ ਵੀ ਹੈ, ਭਾਜੀ ਗੁਰਸ਼ਰਨ ਸਿੰਘ ਦਾ ਬੜਾ ਵੱਡਾ ਰੋਲ ਹੈ, ਇਤਿਹਾਸ ਵਿੱਚ ਗਾਰਗੀ ਦਾ ਬੜਾ ਵੱਡਾ ਰੋਲ ਹੈ। ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ, ਅੱਜ ਜਦੋਂ ਮੈਂ ਹੁਣ ਪਿਛਲੇ ਸਿਰਫ ਆਪਣੇ ਜੇਕਰ 30 ਸਾਲਾਂ ਦੇ ਵਿੱਚ ਹੀ ਝਾਤੀ ਮਾਰਾਂ, ਉਦਾਂ ਮੈਨੂੰ ਕੰਮ ਕਰਦਿਆਂ 45 ਸਾਲ ਹੋ ਗਏ ਥੀਏਟਰ ਦਾ ਕੰਮ ਕਰਦਿਆਂ, ਹੈ ਨਾ। ਮੇਰੀ ਹੁਣ ਉਮਰ 57 ਸਾਲ ਹੈ, ਤੇ 57 ਸਾਲ ਚੋਂ ਮੈਂ 45 ਸਾਲ ਥੀਏਟਰ ਕੀਤਾ, ਤੇ ਇਹਨਾਂ ਦੇ ਵਿੱਚ ਜਿਹੜੇ ਪਿਛਲੇ 30 ਸਾਲ ਸੀ, ਉਹਨਾਂ ਦੇ ਵਿੱਚ ਮੈਂ ਕੋਈ 250 ਦੇ ਕਰੀਬ ਨੈਸ਼ਨਲ ਇੰਟਰਨੈਸ਼ਨਲ ਫੈਸਟੀਵਲ ਦੇ ਵਿੱਚ ਮੈਂ ਪਾਰਟਿਸਿਪੇਟ। ਸੋ ਇੱਥੋਂ ਤੁਸੀਂ ਇੱਕ ਪੰਜਾਬੀ ਰੰਗਮੰਚ ਦਾ ਮਿਆਰ, ਪੰਜਾਬੀ ਰੰਗਮੰਚ ਦੀ ਇੱਕ ਪਹੁੰਚ ਜਿਹੜੀ ਹੈ ਕਿ ਉਹ ਲੋਕਾਂ ਤੱਕ। ਪਰ ਇਹਦੇ ਵਿੱਚ ਖੂਬਸੂਰਤ ਗੱਲ ਇਹ ਵੀ ਹੈ ਵਿਸ਼ਾਲ ਜੀ ਕਿ ਮੈਂ ਪੰਜਾਬ ਤੋਂ ਬਾਹਰ ਕੀ, ਪੰਜਾਬ ਦੇ ਵਿੱਚ ਕੀ, ਮੈਂ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਗਿਆ, ਪਰ ਨਾਟਕ ਮੈਂ ਪੰਜਾਬੀ 'ਚ ਹੀ ਕੀਤਾ। ਕਿ ਮੈਨੂੰ ਲੱਗਦਾ ਕਿ ਮੇਰੀ ਮੈਂ ਆਪਣੀ ਮਾਂ ਬੋਲੀ 'ਚ ਜਿਹੜੀ ਗੱਲ ਕਰ ਸਕਦਾ, ਮੈਂ ਕਿਸੇ ਹੋਰ ਭਾਸ਼ਾ 'ਚ ਨਹੀਂ ਕਰ ਸਕਦਾ। ਔਰ ਥੀਏਟਰ ਇੱਕ ਇਹੋ ਜਿਹਾ ਮਾਧਿਅਮ ਹੈ ਕਿ ਜਿਹੜਾ ਤੁਹਾਡੇ ਐਕਸਪ੍ਰੈਸ਼ਨ ਦੇ ਰਾਹੀਂ ਜਿਹੜਾ ਬੋਲੀ ਦੀਆਂ ਸਾਰੀਆਂ ਹੱਦਾਂ ਮਟੇ ਦਿੰਦਾ। ਹੁਣ ਇੱਕ ਸਾਡੇ ਦਰਸ਼ਕਾਂ ਨੂੰ ਜਾਣ ਕੇ ਇਸ ਗੱਲ ਦੀ ਖੁਸ਼ੀ ਵੀ ਹੋਊਗੀ ਕਿ ਤੁਸੀਂ ਇੱਕ ਖੁਦ ਕੇਵਲ ਧਾਲੀਵਾਲ ਹੀ ਹੋਣੀ, ਇੱਕ ਆਪ ਵੀ ਬੜੇ ਅੱਛੇ ਆਰਟਿਸਟ ਆ। ਇਹਨਾਂ ਨੇ ਬਹੁਤ ਸਾਰੇ ਆਪਣੇ ਨਾਟਕਾਂ 'ਚ
ਤੇ ਭਾਜੀ ਗੁਰਸ਼ਰਨ ਸਿੰਘ ਨਾਟਕਾਂ ਦੇ ਵਿੱਚ ਰੋਲ ਵੀ ਇਹਨਾਂ ਨੇ ਕੀਤੇ ਆ। ਹੁਣ ਕੇਵਲ ਜੀ ਇੱਕ ਮੈਂ ਜਾਣਨਾ ਚਾਹਣਾ ਵਾਂ ਵੀ ਇੱਕ ਤੁਸੀਂ ਨਾਟਕ ਨੂੰ ਡਾਇਰੈਕਟ ਕਰ ਰਹੇ ਆ, ਠੀਕ ਆ, ਉਹਦੇ ਵਿੱਚ ਤੁਸੀਂ ਪਾਰਟ ਵੀ ਕਰ ਰਹੇ ਆ, ਜਿਵੇਂ ਮੇਰਾ ਖਿਆਲ ਆਪਣਾ ਹੁਣੇ ਨਾਟਕ ਤੁਸੀਂ ਮੌਜੂਦਾ ਖੇਡਿਆ, ਇਹ ਦੋਨੇ ਮਤਲਬ ਜਦੋਂ ਆਪਸ ਵਿੱਚ ਸੰਵਾਦ ਕਰਦੇ ਹੋਣਗੇ ਉਹ ਮਤਲਬ ਡਾਇਰੈਕਟ ਵੀ ਕਰਨਾ, ਦੂਜਿਆਂ ਨੂੰ ਵੀ ਸਮਝਾਉਣਾ, ਆਰਟਿਸਟ ਨੂੰ ਨਿਰਦੇਸ਼ਨਾ ਦੇਣੀ ਤੇ ਆਪ ਵੀ ਵਿੱਚ ਕਰਨਾ। ਕਦੀ ਇਦਾਂ ਮਹਿਸੂਸ ਕੀਤਾ ਕਿ ਕਲਾਕਾਰ ਜਿਹੜਾ ਕੇਵਲ ਧਾਲੀਵਾਲ ਤੇ ਜਿਹੜਾ ਡਾਇਰੈਕਟਰ ਕੇਵਲ ਧਾਲੀਵਾਲ ਆ, ਇਹਨਾਂ ਦੋਨਾਂ ਦੇ ਵਿੱਚ ਕੋਈ ਤਕਰਾਰ ਹੋਇਆ ਹੋਵੇ, ਉਹ ਉਹਨੂੰ ਕਹਿ ਰਿਹਾ ਹੋਵੇ ਡਾਇਰੈਕਟਰ ਵੀ ਕੇਵਲ ਤੂੰ ਇਦਾਂ ਕਰ, ਤੇ ਜਾਨੀ ਡਾਇਰੈਕਟਰ ਵੀ ਕੇਵਲ ਆ ਤੇ ਕਲਾਕਾਰ ਵੀ ਕੇਵਲ ਆ, ਉਹ ਮਤਲਬ ਕਿ ਆਪਸ ਵਿੱਚ ਅੰਦਰਲੇ ਬੰਦੇ ਦੀ ਲੜਾਈ ਹੋਈ ਹੋਵੇ। ਬਿਲਕੁਲ, ਇਹ ਵਾਕਈ ਇੱਕ ਉਹ ਬੜੀ ਕਸ਼ਮਕਸ਼ ਹੁੰਦੀ ਹੈ ਆਪਣੇ ਅੰਦਰ ਹੀ, ਇੱਕ ਹੈ ਨਾ ਕਿ ਮੇਰੇ ਨਾ 3-4 ਰੋਲ ਮੈਨੂੰ ਬੜੇ ਪਸੰਦ ਹੈ। ਜਿਵੇਂ ਮੈਂ ਲੂਣਾ ਦੇ ਵਿੱਚ ਸਲਵਾਨ ਦਾ ਰੋਲ ਹੈ ਉਹ ਮੈਂ ਹੀ ਕਰਦਾ ਵਾ, ਮੇਰੇ ਤੋਂ ਪਹਿਲੇ ਹਰਦੀਪ ਗਿੱਲ ਉਹ ਮੇਰੇ ਨਾਲ ਰੋਲ ਕਰਦਾ ਸੀਗਾ। ਹਰਦੀਪ ਫਿਰ ਬਿਜ਼ੀ ਹੋ ਗਿਆ ਫਿਲਮਾਂ 'ਚ, ਤੇ ਉਹ ਬਾਅਦ ਵਿੱਚ ਮੈਂ ਹੀ ਪਿਛਲੇ ਕੋਈ 15-16 ਸਾਲਾਂ ਤੋਂ ਉਹ ਸਲਵਾਨ ਦਾ ਕਰੈਕਟਰ ਮੈਨੂੰ ਬੜਾ ਪਸੰਦ ਹੈ। ਤੇ ਮੈਨੂੰ ਲੱਗਦਾ ਹੁੰਦਾ ਕਿ ਜਿਸ ਅੰਦਾਜ਼ ਦੇ ਨਾਲ ਮੈਂ ਇਸ ਕਰੈਕਟਰ ਨੂੰ ਪੇਸ਼ ਕਰ ਸਕਦਾ ਹੋਰ ਕੋਈ ਕਲਾਕਾਰ ਨਹੀਂ ਪੇਸ਼ ਕਰ ਸਕਦਾ। ਤੇ ਉਸ ਵੇਲੇ ਮੈਂ ਬਾਕੀ ਕਲਾਕਾਰਾਂ ਨੂੰ ਡਾਇਰੈਕਸ਼ਨ ਦੇਣ ਤੋਂ ਬਾਅਦ ਕਈ ਵਾਰੀ ਮੈਂ ਆਪਣੀ ਜਗ੍ਹਾ ਤੇ ਕੋਈ ਡੰਮੀ ਐਕਟਰ ਵੀ ਖਿਲਾਰ ਦੇਣਾ ਵੀ ਤੂੰ ਇੱਥੇ ਖੜ ਤੇ ਤੂੰ ਐ ਨੂੰ ਜਾਏਗਾ ਸਲਵਾਨ ਦੀ ਜਗ੍ਹਾ ਤੇ ਐ ਨੂੰ ਜਾਏਗਾ, ਫਿਰ ਮੈਨੂੰ ਉਹਨੂੰ ਪਹਿਲੇ ਮੈਂ ਬਲੌਕਿੰਗ ਕਰਕੇ ਉਹਦੀ ਫਿਰ ਮੈਂ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਬਤੌਰ ਐਕਟਰ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਉਹਦੇ ਨਾਲ ਜੋੜ ਲੈਣਾ ਵਾ ਕਿ ਮੈਂ ਸਾਹਮਣੇ ਖਲੋਤਾ ਹੋਇਆ ਦਰਸ਼ਕਾਂ ਨੂੰ ਏਦਾਂ ਦਾ ਲੱਗਾ ਵਾ, ਹੈਨਾ ਕਿ ਮੈਂ ਕਿਧਰੇ ਖਰਾਬ ਤੇ ਨਹੀਂ ਲੱਗ ਰਿਹਾ ਦੂਜੇ ਐਕਟਰ ਦੇ ਨਾਲ ਖੜਾ, ਮੇਰਾ ਜੈਸਚਰ, ਮੇਰੀ ਬਾਡੀ ਲੈਂਗੁਏਜ ਇਹ ਵੀ ਬੜੀ ਵੱਡੀ ਕੁੰਡੀ ਹੈ, ਬੜੀ ਕੁੰਡੀ ਕਿ ਉਹ ਇਸ ਕਰਕੇ ਮੈਂ ਦੂਜੇ ਐਕਟਰ ਨੂੰ ਪਹਿਲਾਂ ਖਿਲਾਰ ਕੇ ਦੇਖ ਲੈਣਾ ਵਾ। ਇਸੇ ਤਰ੍ਹਾਂ ਮੇਰਾ ਇੱਕ ਨਾਟਕ ਹੈ ਸਵਰਾਜ ਵੀਰ ਦਾ ਕਲਰ, ਤੇ ਉਹ ਪਿਓ ਪੁੱਤ ਦੀ ਕਹਾਣੀ ਆ, ਉਹਦੇ ਵਿੱਚ ਜਵਾਨੀ ਦੀ ਤੇ ਕਿਸਾਨੀ ਦੀ ਕਹਾਣੀ ਹੈ। ਤੇ ਉਹਦੇ ਵਿੱਚ ਜਿਹੜਾ ਕਿਸਾਨ ਦਾ ਰੋਲ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਕਿ ਮੈਨੂੰ ਲੱਗਦਾ ਵੀ ਇਹ ਵੀ ਰੋਲ ਜਿਹੜਾ ਇਹ ਮੇਰੇ ਲਈ ਬਣਿਆ ਹੋਇਆ ਰੋਲ ਹੈ। ਤੇ ਨੌਜਵਾਨ ਪਿਓ ਪੁੱਤ ਦੀ ਜਿਹੜੀ ਬਹਿਸ ਹੈ, ਜਿਹੜੀ ਗੱਲ ਹੈ, ਤੇ ਅਖੀਰ ਤੇ ਕਿਵੇਂ ਉਹ ਵਿਦੇਸ਼ਾਂ ਚੋਂ ਇੱਕ ਅਸਫਲਤਾ ਦੇ ਨਾਲ ਵਾਪਸ ਮੁੜਦਾ ਪੁੱਤਰ ਤੇ ਪਿਓ ਨੂੰ ਫਿਰ ਪ੍ਰੇਰਦਾ ਕਿ ਕੋਈ ਗੱਲ ਨਹੀਂ, ਜਾਣਾ ਹੀ ਬਾਹਰ ਜਾਣੇ ਤੇ ਜਾ, ਕੋਈ ਗੱਲ ਨਹੀਂ, ਹੋਰ ਪੈਸਾ ਲਾ ਦੇਣਾ, ਜੇ ਨਹੀਂ ਜਾਣਾ ਤੇ ਚੱਲ ਫਿਰ ਆਪਾਂ ਪਿਓ ਪੁੱਤ ਖੇਤੀ ਕਰਦੇ ਆ, ਹੈਨਾ, ਇੱਕ ਹੋਰ ਰਸਤਾ ਹੈ ਸਾਡੇ ਕੋਲ। ਉਹ ਜਿਹੜੀ ਇੱਕ ਉਹ ਕਰੈਕਟਰ ਦੇ ਅੰਦਰ ਵੀ ਜਿਹੜੀ ਭਾਵਨਾ ਹੈ ਨਾ ਕਿ ਉਹਦਾ ਜਿਹੜਾ ਸੰਘਰਸ਼ ਹੈ ਉਸ ਕਿਸਾਨ ਦਾ, ਤੇ ਮੈਨੂੰ ਲੱਗਦਾ ਹੁੰਦਾ ਇਹ ਸੰਘਰਸ਼ ਮੇਰੇ ਪਿਓ ਦਾ ਸੰਘਰਸ਼ ਸੀ। ਮੇਰਾ ਪਿਓ ਜਿਸ ਸੰਘਰਸ਼ ਵਿੱਚੋਂ ਨਿਕਲਿਆ ਉਹ ਸੰਘਰਸ਼ ਮੇਰੇ ਅੰਦਰ ਹੈ, ਤੇ ਮੈਂ ਉਸ ਕਰੈਕਟਰ ਦੇ ਅੰਦਰ ਫਿਰ ਉਸ ਸੰਘਰਸ਼ ਨੂੰ ਲੈ ਕੇ ਆਉਣਾ। ਇਸ ਕਰਕੇ ਫਿਰ ਉਹ ਪਾਤਰ ਮੇਰੇ ਜੀਨ, ਮੇਰੇ ਕਹਿ ਲਓ ਕਿ ਉਸ ਲਾਇਕ ਬਣ ਜਾਂਦਾ ਕਿ ਮੈਂ ਦਰਸ਼ਕਾਂ ਦੇ ਨਾਲ ਉਸ ਕਰੈਕਟਰ ਦੀ ਇੱਕ ਸਾਂਝ ਪਾ ਸਕਦਾ। ਇਹ ਕੇਵਲ ਜੀ ਹੁਣ ਮਤਲਬ ਜਿਹੜਾ ਆਪਣਾ ਵਿਰਸਾ ਵਿਹਾਰ ਆ ਮਸਾ ਹਨਾ, ਕਲਾਕਾਰਾਂ ਦਾ ਗੜ ਆ, ਮਤਲਬ ਕਲਾਕਾਰਾਂ ਦੀ ਗਰਾਊਂਡ ਆ, ਉੱਥੇ ਕਲਾਕਾਰਾਂ ਦੀ ਮੈਂ ਜਾ ਕੇ ਦੇਖਦਾ ਰਿਹਰਸਲ ਹੋ ਰਹੀਆਂ, ਤਿਆਰ ਹੋ ਰਹੇ ਆ, ਪਨੀਰੀ ਆ, ਇੱਕ ਕਿਸਮ ਦੀ ਪਨੀਰੀ ਉੱਥੇ ਤਿਆਰ ਹੁੰਦੀ ਆ। ਉੱਥੇ ਮਤਲਬ ਤੁਸੀਂ ਉੱਥੇ ਪ੍ਰਧਾਨ ਕੰਮ ਕਰ ਰਹੇ ਆ, ਲੰਬੇ ਸਮੇਂ ਤੋਂ ਤੁਸੀਂ ਕਰ ਰਹੇ ਆ, ਮਤਲਬ ਕਲਾਕਾਰਾਂ ਦੀ ਰੂਹ ਵੀ ਵਸਦੀ ਆ, ਹੈਨਾ। ਤੇ ਉੱਥੇ ਕੰਮ ਕਰਦੇ ਆ ਕਿੱਦਾਂ ਤੁਹਾਨੂੰ ਲੱਗਦਾ, ਮਹਿਸੂਸ ਕਰਦੇ ਆ, ਤੇ ਕੀ ਤੁਹਾਨੂੰ ਕਦੀ ਕਦੀ ਇਦਾਂ ਨਹੀਂ ਲੱਗਦਾ ਵੀ ਇੱਥੇ ਹੋਰ ਕੁਝ ਹੋਣਾ ਚਾਹੀਦਾ ਵਾ, ਉਹਦੇ ਲਈ ਤੁਹਾਨੂੰ ਕਿੱਦਾਂ ਦੇ ਯਤਨ ਤੁਸੀਂ ਕਰਦੇ? ਹਾਂ, ਮੈਨੂੰ ਲੱਗਦਾ ਦੇਖੋ ਵਿਰਸਾ ਵਿਹਾਰ ਇਸ ਵੇਲੇ ਇੱਕ ਸੈਂਟਰਲ ਪਲੇਸ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਕਿ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ ਉਹਦੇ ਵਿੱਚ। ਔਰ ਵਿਰਸਾ ਵਿਹਾਰ ਇੱਕ ਇਹੋ ਜਿਹੀ ਚੀਜ਼ ਹੈ ਕਿ ਉਹ ਬਿਨਾਂ ਕਿਸੇ ਸਰਕਾਰ ਦੇ 1 ਰੁਪਈਆ ਦਿੱਤੇ ਵੀ ਉਹ ਚੱਲਦਾ ਪਿਆ, ਆਪਣੇ ਸਿਰ ਬਸਿਰ ਚੱਲਦਾ ਪਿਆ। ਉੱਥੋਂ ਦੀ ਟੀਮ ਇੰਨੀ ਵਧੀਆ ਵਾ ਸਾਡੇ ਸਾਰਿਆਂ ਦੇ ਕੋਲ ਜਿਹੜੀ ਵੀ ਉੱਥੇ ਲੇਖਕ ਨੇ, ਕਲਾਕਾਰ ਨੇ, ਗਾਇਕ ਨੇ, ਨ੍ਰਿਤਕਾਰ ਨੇ, ਉਹਦੇ ਵਿੱਚ ਹਰ ਤਰ੍ਹਾਂ ਦੇ ਪੇਂਟਿੰਗ ਵਾਲੇ ਲੋਕ ਨੇ, ਉਹ ਸਾਰੇ ਉੱਥੇ ਜੁੜੇ ਹੋਏ ਨੇ। ਉੱਥੇ ਥੀਏਟਰ ਦੀਆਂ ਵਰਕਸ਼ਾਪਾਂ ਹੁੰਦੀਆਂ, ਸੰਗੀਤ ਦੀਆਂ ਵਰਕਸ਼ਾਪਾਂ ਹੁੰਦੀਆਂ। ਅਜੇ ਕੱਲ ਵੀ ਮੈਂ ਸ਼ਾਮੀ ਉੱਥੇ ਬੈਠਾ ਸੀ ਤੇ ਉਸ ਵੇਲੇ 4-5 ਟੀਮਾਂ ਥੀਏਟਰ ਦੀਆਂ ਰਿਹਰਸਲ ਕਰ ਰਹੀਆਂ ਸੀ, ਸੋ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਹੁਣੇ ਉੱਥੇ ਸਾਵਣ ਉਤਸਵ ਹੋਇਆ ਵਾ, ਉੱਥੇ ਬਹੁਤ ਸਾਰੀਆਂ ਧੀਆਂ ਧਿਆਣੀਆਂ ਨੇ ਗਿੱਧਾ ਪਾਇਆ, ਪਿੰਗਾ ਝੂਟੀਆਂ, ਸੋ ਏਦਾਂ ਦੀਆਂ ਐਕਟੀਵਿਟੀਜ਼ 40 ਕਵੀਆਂ ਨੇ ਉੱਥੇ ਕਵੀ ਦਰਬਾਰ ਦੇ ਵਿੱਚ ਭਾਗ ਲਿਆ ਵਾ। ਸੋ ਏਦਾਂ ਦੀਆਂ ਬੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਪਰ ਉਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਚੈਲੰਜਸ ਬਹੁਤ ਹੈ ਸਾਡੇ ਕੋਲ, ਚੈਲੰਜ ਬਹੁਤ ਨੇ ਸਾਡੇ ਕੋਲ ਕਿ ਅਸੀਂ ਉਹਨੂੰ ਬਾਰ-ਬਾਰ ਡਿਵੈਲਪ ਕਰਦੇ ਹਾਂ, ਬਾਰ-ਬਾਰ ਡਿਵੈਲਪ ਕਰਦੇ ਹਾਂ। ਪਰ ਮੇਰਾ ਬੜੀ ਇਹ ਹੈ ਮੰਨਣਾ ਹੈ ਕਿ ਇਹਨੂੰ ਅਸੀਂ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਕਰੀਏ, ਤੁਹਾਡੇ ਵਰਗੇ ਦੋਸਤਾਂ ਦੀ ਮਦਦ ਦੇ ਨਾਲ ਇਹਨੂੰ ਕਰੀਏ ਡਿਵੈਲਪ। ਅਸੀਂ ਸਰਕਾਰ ਦੇ ਕੋਲ ਜਾ ਕੇ ਮੰਗੀਏ ਨਾ, ਸਰਕਾਰ ਕੋਲ ਆਪਾਂ ਇਦਾਂ ਨਾ ਕਰਨਾ ਪਵੇ ਸਾਨੂੰ,
ਪਰ ਕੁਝ ਚੀਜ਼ਾਂ ਜਿਹੜੀਆਂ ਸਮਾਜ ਵਾਸਤੇ ਜਿਹੜੇ ਕੰਮ ਕਰਨੇ ਆ, ਅਸੀਂ ਆਪਣੀ ਰੂਹ ਦੇ ਸਕੂਨ ਲਈ ਕੰਮ ਕਰਨੇ ਆ, ਉਹ ਆਪਣੇ ਦੋਸਤਾਂ ਲਈ, ਦੋਸਤਾਂ ਦੇ ਸਹਿਯੋਗ ਨਾਲ, ਜਿਹੜੇ ਆਰਟ ਲਵਰ ਨੇ, ਜਿਹੜੇ ਅੰਮ੍ਰਿਤਸਰ 'ਚ ਬੈਠੇ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਦੀ ਮਦਦ ਦੇ ਨਾਲ ਅਸੀਂ ਉਹ ਕੰਮ ਕਰੀਏ। ਸੋ ਇਸ ਕਰਕੇ ਉਹਦੇ ਵਿੱਚ ਜਿਹੜੇ ਵੀ ਚੈਲੰਜ ਆਉਂਦੇ ਆ, ਅਸੀਂ ਉਹਨੂੰ ਬੜੇ ਖਿੜੇ ਮੱਥੇ ਕਬੂਲ ਕਰਦੇ ਆ ਕਿ ਉਹਨੂੰ ਹੋਰ ਡਿਵੈਲਪ ਕੀਤਾ ਜਾਏ। ਮੇਰੀ ਬੜੀ ਰੀਝ ਹੈ ਕਿ ਉੱਥੇ ਜਿਹੜੀਆਂ ਕਲਾ ਦੀਆਂ ਕਲਾਸਾਂ ਲੱਗਣ, ਕਿ ਨਵੀਂ ਪਨੀਰੀ ਤਿਆਰ ਹੋਵੇ, ਉਹਦੇ ਵਿੱਚ ਕੋਈ ਉੱਥੇ ਕਿਸੇ ਲੇਖਕ ਦਾ, ਤੁਹਾਡੇ ਵਰਗੇ ਦਾ ਰੂਬਰੂ ਅਸੀਂ ਕਰਵਾ ਰਹੇ ਹੋਈਏ, ਹੈ ਨਾ, ਕਿ ਉਹਦੇ ਕੋਲੋਂ ਸਿੱਖਣ ਕਲਾਕਾਰ। ਬਹੁਤ ਸਾਰੇ ਉਹਦੇ ਵਿੱਚ ਥੀਏਟਰ ਦੀਆਂ ਕਲਾਸਾਂ ਰੈਗੂਲਰ ਹੋਣ, ਸਰਟੀਫਿਕੇਟ ਕੋਰਸ ਉਹਦੇ ਵਿੱਚ ਸ਼ੁਰੂ ਕੀਤੇ ਜਾਣ, ਮਿਊਜ਼ਿਕ ਦੀਆਂ ਕਲਾਸਾਂ ਹੋਣ, ਨ੍ਰਿਤ ਦੀਆਂ ਕਲਾਸਾਂ ਹੋਣ। ਸੋ ਇਦਾਂ ਦੇ ਮੇਰੇ ਸੁਪਨੇ ਆ ਕਿ ਉੱਥੇ ਕੋਈ ਦਿਨ ਇਹੋ ਜਿਹਾ ਨਾ ਜਾਵੇ ਜਦੋਂ ਉੱਥੇ ਐਕਟੀਵਿਟੀ ਨਾ ਹੋਵੇ। ਇਹ ਗੱਲਾਂ ਕਰ, ਤੁਹਾਡਾ ਜਿਹੜਾ ਥੀਏਟਰ ਦੇ ਵਿੱਚ ਨਾਮ ਆ, ਇਹਦੇ ਤੋਂ ਕੋਈ ਗੱਲ ਕਰਨ ਵਾਲੀ ਦੂਜੀ ਹੈ ਨਹੀਂ। ਇੱਕ ਵਾਰੀ ਮੈਂ ਤੇ ਬੱਬੂ ਮਾਨ ਤੇ ਅਸੀਂ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ, ਗੱਲਬਾਤ ਕਰ ਰਹੇ ਤੇ ਮੈਂ ਉਹਨਾਂ ਨੇ ਨਾ ਗੱਲ ਚੱਲੀ ਤੇ ਕੇਵਲ ਧਾਲੀਵਾਲ ਦੀ ਗੱਲ ਚੱਲੀ। ਉਹਨਾਂ ਨੇ ਮਤਲਬ ਕਾਫੀ ਗੱਲਾਂ ਹੋਈਆਂ ਤੁਹਾਡੇ ਬਾਰੇ, ਕੌਣ ਨਹੀਂ ਜਾਣਦਾ, ਤੇ ਮੈਨੂੰ ਕਹਿੰਦੇ ਵੀ ਮੈਂ ਨਾ ਮਤਲਬ ਸੋਚ ਰਿਹਾ ਵਾਂ ਕਿ ਮੈਂ ਉਹਨੂੰ ਆਪਣੀ ਨਾ ਫਿਲਮ 'ਚ ਜ਼ਰੂਰ ਲੈਣਾ ਕੇਵਲ। ਅੱਛਾ। ਤੇ ਜੇ ਤੁਹਾਨੂੰ ਸੱਦਾ ਆਉਂਦਾ ਵਾ ਤੇ ਫਿਰ ਤੁਹਾਡਾ ਕੀ ਮਤਲਬ? ਨਹੀਂ, ਮੈਨੂੰ ਚੰਗਾ ਲੱਗੇਗਾ ਅਗਰ ਬੱਬੂ ਮਾਨ ਸੱਦਾ ਦਿੰਦਾ। ਮੈਂ ਤਾਂ ਦੱਸਾਂ, ਜਦੋਂ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ 1991 ਚ ਪਹਿਲੀ ਵਾਰ ਆ ਕੇ ਜਿਹੜੀ ਥੀਏਟਰ ਵਰਕਸ਼ਾਪ ਕੀਤੀ, ਬੱਬੂ ਮਾਨ ਉਹਦੇ ਵਿੱਚ ਉਦੋਂ ਯੰਗ ਸੀ, ਹਲੇ ਟੀਨੇਜਰ ਬॉयਜ਼ ਦੇ ਵਾਂਕਣ, ਜਿਹੜਾ ਕਿ ਮੈਂ ਤਰਲੋਚਨ ਉਹਨਾਂ ਦਾ ਸਮਰਾਲੀ ਵਰਕਸ਼ਾਪ ਤੇ ਬੱਬੂ ਮਾਨ ਉਦੋਂ ਜਿਹੜੇ ਯੰਗ ਮੁੰਡੇ ਵਿੱਚ ਆ ਕੇ ਵੇਖਦੇ ਰਹਿੰਦੇ ਆ ਗਏ, ਬੈਠ ਗਏ, ਹੈ ਨਾ, ਚਾਹ ਪਾਣੀ ਲੈਣ ਦਾ ਸਾਡੇ ਕੋਲ ਬਹਿ ਗਏ, ਤੇ ਬੱਬੂ ਮਾਨ ਉਸ ਤਰ੍ਹਾਂ ਇੰਜੋਏ ਕਰਦਾ ਸੀ ਉਸ ਥੀਏਟਰ ਵਰਕਸ਼ਾਪ। ਸੋ ਇਸ ਕਰਕੇ ਹਮੇਸ਼ਾ ਉਹ ਜਦੋਂ ਵੀ ਮੇਰਾ ਜ਼ਿਕਰ ਕਰਦਾ ਜਾਂ ਮੈਂ ਉਹਨੂੰ ਜਦੋਂ ਕਦੀ ਦੇਖਦਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਬੱਬੂ ਮਾਨ ਨੂੰ ਦੇਖਣਾ ਵੀ, ਹੈ ਨਾ, ਕਿ ਉਹਦੀ ਪਰਸਨੈਲਿਟੀ, ਉਹਦੀ ਲੁੱਕ ਤੇ ਯਾਨੀ ਉਹਦੀ ਅੰਦਾਜ਼, ਉਹਦੇ ਗੀਤਾਂ ਦਾ ਅੰਦਾਜ਼, ਉਹ ਮੈਨੂੰ ਬੜਾ ਚੰਗਾ ਲੱਗਦਾ ਵਾ। ਸੋ ਜੇ ਕਦੀ ਬੱਬੂ ਮਾਨ ਮੈਨੂੰ ਕਹੇਗਾ ਤੇ ਹਾਂ, ਮੈਂ ਉਹਦੇ ਲਈ ਜ਼ਰੂਰ ਟਾਈਮ ਕੱਢ ਲਾਂਗਾ। ਅੱਛਾ ਕੇਵਲ ਜੀ, ਇੱਕ ਗੱਲ ਹੋਰ, ਮੇਰਾ ਖਿਆਲ ਆਪਾਂ ਕਾਫੀ ਗੱਲਾਂ ਕਰ ਲਈਆਂ ਥੀਏਟਰ ਨਾਲ ਸੰਬੰਧਿਤ, ਰੰਗਮੰਚ ਨਾਲ ਸੰਬੰਧਿਤ, ਤੁਹਾਡੀਆਂ ਪ੍ਰਾਪਤੀਆਂ ਬਾਰੇ, ਤੇ ਕੋਈ ਆਪਣੀ ਪ੍ਰਾਪਤੀ ਦੀ ਵੀ ਗੱਲ ਕਰੋ ਤੁਸੀਂ, ਜਿਹੜੀ ਰਹਿੰਦੀ ਆ ਕਰਨ ਵਾਲੀ ਜਾਂ ਪ੍ਰਾਪਤ ਕਰਨ ਦੀ ਇੱਛਾ, ਮਤਲਬ ਕਲਾ ਦੇ ਨਾਲ ਸੰਬੰਧਿਤ। ਮਤਲਬ ਉਦਾਂ ਮੈਨੂੰ ਹੋਰ ਕਿਸੇ ਚੀਜ਼ ਦੀ ਕਦੀ ਨਹੀਂ ਕਮੀ ਮਹਿਸੂਸ ਹੋਈ ਕਿ ਮੇਰੇ ਖਿਆਲ 57-58 ਮੇਰੀਆਂ ਕਿਤਾਬਾਂ ਛਪੀਆਂ, ਮੇਰੇ ਸਿਲੇਬਸਾਂ ਦੇ ਹਿੱਸਾ ਹੈ ਮੇਰੀਆਂ ਕਿਤਾਬਾਂ, ਮੇਰੇ ਕੰਮ ਦੇ ਉੱਤੇ ਕਈ PhDਆਂ ਹੋ ਚੁੱਕੀਆਂ ਨੇ। ਸੋ ਮੈਨੂੰ ਉਹਨਾਂ ਚੀਜ਼ਾਂ, ਇਨਾਮ ਸਨਮਾਨ ਮੈਨੂੰ ਦੁਨੀਆ ਭਰ ਦੇ ਮਿਲੇ, ਹੈ ਨਾ, ਮੈਨੂੰ ਨੈਸ਼ਨਲ ਅਵਾਰਡ, ਰਾਸ਼ਟਰਪਤੀ ਅਵਾਰਡ, ਨੈਸ਼ਨਲ ਸਕੂਲ ਆਫ ਡਰਾਮਾ, ਸ਼੍ਰੋਮਣੀ ਪੁਰਸਕਾਰ, ਕਈ ਪੁਰਸਕਾਰ ਮਿਲੇ, ਹਜ਼ਾਰਾਂ ਪੁਰਸਕਾਰ ਜਿਹਨੂੰ ਕਹਿੰਦੇ ਮੈਨੂੰ ਮਿਲੇ। ਪਰ ਮੇਰਾ ਇੱਕ ਬੜਾ ਸੁਪਨਾ ਸੀ ਕਿ ਮੈਂ ਨਾ ਇੱਕ ਗੁਰੂਕੁਲ ਹੋਵੇ, ਕਿ ਗੁਰੂ ਸ਼ਿਸ਼ ਦੀ ਜਿਹੜੀ ਪਰੰਪਰਾ ਹੈ ਨਾ, ਜਿਹੜੀ ਰੰਗਮੰਚ ਕਲਾਸੀਕਲ ਇੰਡੀਅਨ ਥੀਏਟਰ ਦੀ ਇੱਕ ਪਹਿਚਾਣ ਸੀ, ਉਹ ਫਿਰ ਤੋਂ ਰਿਵਾਈਵ ਹੋਵੇ। ਮੈਂ ਉਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਕਿ ਗੁਰੂ ਸ਼ਿਸ਼ ਵਾਲੀ ਪਰੰਪਰਾ ਦੇ ਵਿੱਚੋਂ ਰੰਗਮੰਚ ਨਿਕਲੇ, ਉਹਦੇ ਵਿੱਚੋਂ ਟ੍ਰੇਨਿੰਗ ਲੈ ਕੇ ਜਿਹੜਾ ਐਕਟਰ ਨਿਕਲੇਗਾ, ਉਹਦਾ ਇੱਕ ਮੁਹਾਵਰਾ ਹੀ ਅਲੱਗ ਹੋਏਗਾ, ਉਹਦਾ ਇੱਕ ਰੂਪ ਹੀ ਅਲੱਗ ਹੋਏਗਾ ਉਸ ਐਕਟਰ ਦਾ, ਕਿ ਇੱਕ ਥੀਏਟਰ ਨੂੰ ਡਿਸਿਪਲਿਨ, ਇੱਕ ਥੀਏਟਰ ਨੂੰ ਐਸਥੈਟਿਕ, ਉਹ ਜਿਹੜਾ ਸਿੱਖ ਕੇ ਨਿਕਲੇਗਾ ਗੁਰੂਕੁਲ ਦੇ ਵਿੱਚੋਂ। ਤੇ ਮੇਰਾ ਇਹ ਸੁਪਨਾ ਕਿ ਉਹ ਉਸ ਤਰ੍ਹਾਂ ਸਿੱਖ ਕੇ ਨਿਕਲੇ ਤੇ ਫਿਰ ਉਹਦੇ ਨਾਲ ਮੈਂ ਇੱਕ ਮੋਬਾਈਲ ਥੀਏਟਰ ਕਰਾਂ। ਮੋਬਾਈਲ ਮੀਨਸ ਕਿ ਮੇਰੇ ਕੋਲ ਆਪਣਾ ਸਾਰਾ ਸਟਰਕਚਰ ਹੋਵੇ, ਇੱਕ ਇਹੋ ਜਿਹੀ ਸਟੇਜ ਹੋਵੇ ਜਿਹੜੀ ਬੱਸ ਦੇ ਰੂਪ ਚ ਹੋਵੇ। ਅੱਜ ਮੈਂ ਇਸ ਪਿੰਡ ਜਾ ਕੇ ਉਹ ਬੱਸ ਖੋਲਾਂ, ਉਹ ਸਟੇਜ ਬਣ ਜੇ, ਉੱਥੇ ਲਾਈਟ ਸਾਊਂਡ ਲੱਗ ਜੇ, ਮੇਰੇ ਸਾਰੇ ਕਲਾਕਾਰ ਉਹਦੇ ਵਿੱਚ ਬੈਠੇ ਹੋਣ, ਉੱਥੋਂ ਤਿਆਰ ਹੋ ਕੇ ਨਿਕਲੇ, ਨਾਟਕ ਕਰ, ਅਗਲੇ ਦਿਨ ਦੂਜੇ ਪਿੰਡ ਪਹੁੰਚੇ ਹੋਣ। ਸੋ ਮੈਂ ਪਿੰਡ ਪਹੁੰਚ ਕੇ ਜਿਹੜਾ ਕਿ ਪੰਜਾਬ ਦੇ ਇਤਿਹਾਸ ਨੂੰ, ਸਾਡੇ ਇਤਿਹਾਸ 'ਚ ਬਹੁਤ ਵੱਡੀਆਂ ਪਰੰਪਰਾਵਾਂ ਨੇ, ਚੰਗੀਆਂ ਪਰੰਪਰਾਵਾਂ ਵੀ ਪਈਆਂ ਹੋਈਆਂ, ਸੋ ਉਹਨਾਂ ਪਰੰਪਰਾਵਾਂ ਨੂੰ ਅੱਜ ਦੇ ਨੌਜਵਾਨਾਂ ਦੇ ਸਾਹਮਣੇ ਪੇਸ਼ ਕਰਾਂ। ਸੋ ਮੇਰਾ ਸੁਪਨਾ ਹੈ ਕਿ ਇਦਾਂ ਦਾ ਕੰਮ ਮੇਰਾ ਰਹਿ ਗਿਆ ਕਰਨ ਵਾਲਾ, ਤੇ ਜੇ ਕਦੀ ਮੈਨੂੰ ਹੁਣ ਵੀ ਮੌਕਾ ਮਿਲਿਆ, ਕਦੀ ਮੈਂ ਫਾਈਨੈਂਸ਼ੀਅਲੀ ਇੰਨਾ ਸਟਰੋਂਗ ਹੋ ਸਕਿਆ, ਤੇ ਮੈਂ ਇਹ ਕੰਮ ਜ਼ਰੂਰ ਕਰਨਾ। ਜਿਹੜਾ ਤੁਹਾਡਾ ਸੁਪਨਾ ਵਾ ਤੁਹਾਡੇ ਕੋਲੋਂ, ਤੁਹਾਡਾ ਜਲਦੀ ਪੂਰਾ ਹੋਊਗਾ ਮੈਨੂੰ ਇਹ ਲੱਗਦਾ, ਕਿਉਂਕਿ ਸਾਰੀ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਤੁਹਾਡੇ ਪ੍ਰਸ਼ੰਸਕ ਬੈਠੇ ਆ, ਇਹ ਗੱਲ ਵੀ ਉਹਨਾਂ ਤੱਕ ਪਹੁੰਚਣੀ ਆ, ਤੇ ਇਹਦੇ ਬਾਰੇ ਇੱਕ ਮੀਟਿੰਗ ਵੀ ਕੀਤੀ ਜਾ ਸਕਦੀ ਆ। ਕੋਈ ਬਹੁਤੀ ਇਸ ਵੱਡੇ ਸੁਪਨੇ ਨੂੰ ਬਹੁਤ ਛੋਟਾ ਵੀ ਕਰ ਸਕਦੇ ਆਪਾਂ ਸਾਰੇ ਮਿਲ ਕੇ, ਤੇ ਸਾਡੀ ਅਰਦਾਸ ਆ, ਦੁਆ ਵਾ, ਵਿਸ਼ੇਸ ਨੇ ਕਿ ਜਲਦੀ ਇਹ ਤੁਹਾਡਾ ਸੁਪਨਾ ਪੂਰਾ ਹੋਵੇ। ਤੇ ਅੱਜ ਸਾਡੇ ਦਰਸ਼ਕਾਂ ਨੇ ਤੁਹਾਡੇ ਬਾਰੇ ਬਹੁਤ ਜਾਣਿਆ, ਬਹੁਤ ਕੁਝ ਸਿੱਖਿਆ, ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ। ਤੁਹਾਡਾ ਇਸ ਸਟੂਡੀਓ 'ਚ ਆਉਣ ਦਾ ਬਹੁਤ
ਧੰਨਵਾਦ ਕੇਵਲ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਸ਼ੁਕਰੀਆ। ਰੂਹ ਖੁਸ਼ ਹੋ ਗਈ ਅੱਜ ਗੱਲਬਾਤ ਕਰਕੇ। ਤੇ ਦੋਸਤੋ, ਸਾਡੇ ਦਰਸ਼ਕੋ, ਇਹ ਸਨ ਸਾਡੇ ਨਾਲ ਕੇਵਲ ਧਾਲੀਵਾਲ ਜੀ, ਉੱਘੇ ਨਿਰਦੇਸ਼ਕ, ਲੇਖਕ, ਕਲਾਕਾਰ, ਤੇ ਅੰਬਰਾਂ ਦੇ ਸਰਨਾਵੇ ਹੇਠ ਜਿਹੜਾ ਅਸੀਂ ਸ਼ੋਅ ਸ਼ੁਰੂ ਕੀਤਾ ਉਹਦੇ 'ਚ ਅੱਜ ਹਾਜ਼ਰ ਸਨ। ਅਗਲੀ ਵਾਰੀ ਫਿਰ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਨਾਲ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਧੰਨਵਾਦ।